ਹੈਲੋ ਦੋਸਤੋ, ਸਿੱਧੀ ਪੰਜਾਬ ਵੈਲਕਮਸ ਯੂ ਆਲ। ਪੰਜਾਬ ਰਿਲੇਟਡ ਕਰੰਟ ਅਫੇਅਰਸ ਦੀ ਡਿਸਕਸ਼ਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ 1 ਤੋਂ 23 ਜਨਵਰੀ ਤੱਕ ਦੇ ਕਰੰਟ ਅਫੇਅਰਸ ਜਿਹੜੇ ਆ ਡਿਸਕਸ ਕਰਨ ਵਾਲੇ हैं। ਜਿਹੜੇ ਟੌਪਿਕਸ ਹੈ ਪਹਿਲਾਂ ਉਹ ਦੇਖ ਲੈਣੇ हैं। राइट, ये 13 टॉपिक्स डिस्कस करांगे। कुछ लंबे है, कुछ छोटे है, कुछ रिपीटेड है, तो टाइम ज़्यादा नहीं लगना, नॉर्मल टाइम ही आप लवांगे। ठीक है, पहला टॉपिक्स देख लेने हैं। आशीर्वाद स्कीम पंजाब गवर्नमेंट दी, इनू डिस्कस करांगे। पंजाब डेट बर्डन डाटा पॉइंट आया है। ਪੰਜਾਬ ਦੀ ਫਾਈਨੈਂਸ਼ੀਅਲ ਕੰਡੀਸ਼ਨ ਤੇ ਇੰਪੋਰਟੈਂਟ ਡਾਟਾ ਹੈ, ਇਹਨੂੰ ਆਪਾਂ ਡਿਸਕਸ ਕਰ ਲਵਾਂਗੇ। ਨੈਕਸਟ ਟੌਪਿਕ ਏਸਰ ਫਾਈਂਡਿੰਗਸ, ਬਹੁਤ ਇੰਪੋਰਟੈਂਟ ਰਿਪੋਰਟ ਹੈ, ਇਹਦੇ ਦੀ ਫਾਈਂਡਿੰਗਸ ਨੂੰ ਡਿਟੇਲ ਚ ਡਿਸਕਸ ਕਰਾਂਗੇ। ਦੈਨ ਪੱਕਾ ਮੋਰਚਾ, ਰਾਈਟ, ਪ੍ਰੈਸ਼ਰ ਗਰੁੱਪ ਹੈ, ਇਹਦੇ ਨਾਲ ਰਿਲੇਟਡ ਡਿਸਕਸ਼ਨ ਕਰ ਲਵਾਂਗੇ। ਰਾਜ ਸਭਾ ਸੀਟ ਫॉर ਚੰਡੀਗੜ੍ਹ, ਵੈਰੀ ਵੈਰੀ ਇੰਪੋਰਟੈਂਟ, ਪ੍ਰੀਲਿਮਸ ਹੋਵੇ ਮੇਨਸ ਹੋਵੇ, ਇਹਦੇ ਤੇ ਕੁਐਸਚਨ ਪੁੱਛੇ ਜਾ ਸਕਦੇ ਆ ਤੁਹਾਨੂੰ ਰਾਜ ਸਭਾ ਤੇ। ਤਾਂ ਆਪਾਂ ਰਾਜ ਸਭਾ ਟੌਪਿਕ ਜਿਹੜਾ ਹੈ ਸਟੈਟਿਕ ਪਾਰਟ ਕਰੰਟ ਅਫੇਅਰ ਚ ਕਿਆ ਹੈ ਤੇ ਹੁਣ इशू आया है, न्यूज़ आई है, दोनों ही डिस्कस करांगे, बहुत इंपॉर्टेंट है। रिपोर्ट ऑन पंजाब प्रिजन्स, GS2 गवर्नेंस पार्ट ਲਈ ਕਾਫੀ ਇੰਪੋਰਟੈਂਟ ਹੈ। ਪੁਲਿਸ ਰਿਫਾਰਮਸ, ਪ੍ਰਿਜ਼ਨ ਰਿਫਾਰਮਸ, ਇਹ ਤੇ ਪੰਜਾਬ ਦੀ ਡੈਡੀਕੇਟਿਡ ਰਿਪੋਰਟ ਆਈ ਹੈ, ਇਹਨੂੰ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ, ਵੈਰੀ ਵੈਰੀ ਇੰਪੋਰਟੈਂਟ। MP ਲੈਡਸ ਫੰਡ ਅੰਡਰ ਯੂਟਿਲਾਈਜੇਸ਼ਨ, ਇਹ ਮੈਂ ਆਲਰੇਡੀ ਡਿਟੇਲ ਵਿੱਚ MP ਲੈਡਸ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ, ਮੈਂ ਲਿੰਕ ਪ੍ਰੋਵਾਈਡ ਕਰ ਦੂੰਗੀ, ਉਹ ਤੁਸੀਂ ਚੈੱਕ ਕਰਿਓ ਤੇ ਇੱਥੇ ਆਪਾਂ ਐਡੀਸ਼ਨਲ ਡਾਟਾ ਇਹ ਤੇ ਦੇਖ ਲਵਾਂਗੇ। ਦੈਨ ਸਕੂਲਸ ਆਫ ਐਮੀਨੈਂਸ ਸਕੀਮ, ਇਹਨੂੰ ਡਿਸਕਸ ਕਰਾਂਗੇ। ਆਪਰੇਸ਼ਨ ਈਗਲ 2, ਈਗਲ 1 ਦਸੰਬਰ ਵਿੱਚ ਲਾਂਚ ਹੋਇਆ ਸੀ, ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ। ਜੋ ਦਸੰਬਰ ਤੋਂ ਮੈਨੂੰ ਫੋਲੋ ਕਰ ਰਹੇ ਹੈ ਤੇ ਰਿਵੀਜ਼ਨ ਵੀ ਕਰ ਰਹੇ ਆ, ਉਹਨਾਂ ਨੂੰ ਈਗਲ 2 ਈਗਲ ਬਾਰੇ ਪੱਕਾ ਪਤਾ ਹੋਣਾ ਹੈ, ਇਹਨੂੰ ਵੀ ਡਿਸਕਸ ਕਰ ਲਵਾਂਗੇ। ਦੈਨ ਪੰਜਾਬ ਕਿਸਾਨ ਸਕੀਮ, ਬਹੁਤ ਹੀ ਇੰਪੋਰਟੈਂਟ ਸਕੀਮ ਹੈ, ਅਗੇਨ ਪ੍ਰੀਲਿਮਸ ਮੇਨਸ ਲਈ ਇਹਦੀ ਡਿਟੇਲ 'ਚ ਡਿਸਕਸ਼ਨ ਦੇਖਾਂਗੇ। ਦੈਨ DGP's ਮੀਟ ਔਨ ਖਾਲਿਸਤਾਨ ਇਸ਼ੂ ਤੇ ਮੈਨੀ ਅਦਰ ਸਿਕਿਉਰਿਟੀ ਇਸ਼ੂਜ਼ ਤੇ ਮੀਟਿੰਗ, ਐਨੂਅਲ ਮੀਟਿੰਗ ਹੋਈ ਹੈ, ਇਹਦੇ ਬਾਰੇ ਡਿਸਕਸ ਕਰਾਂਗੇ। ਇਨਕੋਵੈਕ, ਫਰਸਟ ਵਰਲਡਸ ਇੰਟਰਾਨੇਜ਼ਲ ਵੈਕਸੀਨ ਇੰਡੀਆ ਨੇ ਲਾਂਚ ਕੀਤੀ ਹੈ, ਇਹ ਮੈਂ ਆਲਰੇਡੀ ਡਿਟੇਲ 'ਚ ਡਿਸਕਸ ਕਰ ਚੁੱਕੀ ਹਾਂ, ਇਹਦੀ ਵੀ ਲਿੰਕ ਮੈਂ ਤੁਹਾਨੂੰ ਪ੍ਰੋਵਾਈਡ ਕਰੂੰਗੀ। ਐਂਡ ਫਾਈਨਲੀ ਇੰਡੀਆ ਇਜਿਪਟ ਨੂੰ ਰਿਪਬਲਿਕ ਡੇ ਫੰਕਸ਼ਨ ਤੇ 26 ਜਨਵਰੀ ਨੂੰ ਜਿਹੜਾ ਆਪਣਾ ਹੋ ਰਿਹਾ ਹੈ, ਇਨਵਾਈਟ ਕੀਤਾ ਗਿਆ ਹੈ, ਇਸੇ ਲਈ ਇਜਿਪਟ ਆਪਣੇ ਲਈ ਬਹੁਤ ਇੰਪੋਰਟੈਂਟ ਹੈ, ਤਾਂ ਇਹਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ। ਰਾਈਟ, ਸ਼ੁਰੂ ਕਰਦੇ ਹਾਂ ਆਸ਼ੀਰਵਾਦ ਸਕੀਮ ਦੇ ਨਾਲ, ਆਪਣੇ ਫਰਸਟ ਟੌਪਿਕ ਆਸ਼ੀਰਵਾਦ ਸਕੀਮ ਦੇ ਨਾਲ। ਰਾਈਟ, ਆਸ਼ੀਰਵਾਦ ਸਕੀਮ GS2 ਦੇ ਪਰਸਪੈਕਟਿਵ ਤੋਂ ਬਹੁਤ ਇੰਪੋਰਟੈਂਟ ਹੈ। ਇਸ 'ਚ ਦੇਖੋ ਪੰਜਾਬ ਗਵਰਨਮੈਂਟ ਮੈਰਿਜਸ ਸਪੋਂਸਰ ਕਰਦੀ ਹੈ ਨੀਡੀ ਲੋਕਾਂ ਦੀ, ਠੀਕ ਹੈ ਜੀ। ਡਿਪਾਰਟਮੈਂਟ ਆਫ ਵੈਲਫੇਅਰ ਜਿਹੜਾ ਇਹਨੂੰ ਓਵਰਲੁੱਕ ਕਰਦਾ ਹੈ। ਬੇਸਿਕਲੀ SCs, OBCs ਤੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਜਿਹੜੇ ਲੋਕ ਹੈ, ਜ਼ਰੂਰਤਮੰਦ ਲੋਕ ਹੈ, ਉਹਨਾਂ ਨੂੰ ਵਿਆਹ ਕਰਾਉਣ ਵਿੱਚ ਪੈਸੇ ਦੀ ਮਦਦ ਕੀਤੀ ਜਾਂਦੀ ਹੈ, ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਂਦੀ ਹੈ, ਠੀਕ ਹੈ। ਇਹਨੂੰ ਅਰਲੀਅਰ ਸ਼ਗੁਨ ਸਕੀਮ ਕਿਹਾ ਜਾਂਦਾ ਸੀ, ਇਹ ਵੀ ਨਾਮ ਇੰਪੋਰਟੈਂਟ ਹੈ। ਸ਼ਗੁਨ ਆਸ਼ੀਰਵਾਦ ਦੋਨਾਂ ਤੇ ਹੀ ਕੁਐਸਚਨ ਕਿਸੇ ਵੀ ਤਰੀਕੇ ਨਾਲ ਆ ਸਕਦਾ, ਤਾਂ ਯਾਦ ਰੱਖਣਾ ਹੈ। ਦੋਨੋਂ ਹੀ ਵਰਡਸ ਦੇਖੋ ਸ਼ਾਦੀ ਨਾਲ ਰਿਲੇਟਡ ਹੈ, ਸ਼ਗੁਨ ਆਸ਼ੀਰਵਾਦ, ਤਾਂ ਇਸ ਤਰੀਕੇ ਨਾਲ ਯਾਦ ਰੱਖੋ, ਠੀਕ ਹੈ। ਅਰਲੀਅਰ ਇਹਦੇ ਅੰਡਰ ਸਿਰਫ 21,000 ਰੁਪਇਆ ਦਿੱਤਾ ਜਾਂਦਾ ਸੀ, ਬਟ ਹੁਣ ਦੇਖੋ 2021 ਤੋਂ ਇਹ 51,000 ਹੋ ਚੁੱਕਿਆ ਹੈ, ਠੀਕ ਹੈ। ਤਾਂ ਮਤਲਬ ਕਾਫੀ ਸਿਗਨੀਫਿਕੈਂਟ ਸਕੀਮ ਹੈ। ਕਰੰਟਲੀ ਨਿਊਜ਼ 'ਚ ਕਿਉਂ ਹੈ, ਦੇਖੋ ਫਾਈਨੈਂਸ਼ੀਅਲ ਅਸਿਸਟੈਂਸ ਜਿਹੜੀ ਹੈ ਬੈਨੀਫੀਸ਼ਰੀਜ਼ ਕੋਲ ਟਾਈਮਲੀ ਨਹੀਂ ਪਹੁੰਚ ਪਾ ਰਹੀ ਹੈ, ਠੀਕ ਹੈ। ਇਹ ਬਹੁਤ ਵੱਡਾ ਇਸ਼ੂ ਹੈ। ਪੰਜਾਬ ਗਵਰਨਮੈਂਟ ਦੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਅੱਛੀ ਨਾ ਹੋਣ ਕਰਕੇ ਤੁਸੀਂ ਦੇਖੋ ਸਕੀਮਸ ਦੇ ਅੰਡਰ ਬੈਨੀਫੀਸ਼ਰੀਜ਼ ਨੂੰ ਬੈਨੀਫਿਟਸ ਜਿਹੜੇ ਹੈ ਉਹ ਟਾਈਮਲੀ ਨਹੀਂ ਪਹੁੰਚ ਪਾਉਂਦੇ ਨੇ, ਠੀਕ ਹੈ। ਨੈਕਸਟ ਇਸ਼ੂ ਵੀ ਆਪਾਂ ਦੇਖੀਏ ਤਾਂ ਇਸ ਤੇ ਹੀ ਬੇਸਡ ਹੈ ਪੰਜਾਬਸ ਡੈਟ ਬਰਡਨ, ਠੀਕ ਹੈ ਜੀ। ਪੰਜਾਬ ਗਵਰਨਮੈਂਟ ਦਾ ਪੰਜਾਬ ਦੀ ਫਾਈਨੈਂਸ਼ੀਅਲ ਸਥਿਤੀ ਇੰਨੀ ਸਹੀ ਨਹੀਂ ਚੱਲ ਰਹੀ ਹੈ ਕਰੰਟਲੀ, ਤਾਂ ਇਹ ਡਾਟਾ ਆਪਾਂ ਨੂੰ ਇਹੀ ਦੱਸ ਰਿਹਾ ਹੈ ਪੰਜਾਬ ਦਾ ਡੈਟ ਬਰਡਨ ਜਿਹੜਾ ਹੈ 3 ਲੱਖ ਕਰੋੜ ਹੋਇਆ ਪਿਆ ਹੈ। 3 ਲੱਖ ਕਰੋੜ ਡੈਟ ਬਰਡਨ ਹੈ ਪੰਜਾਬ ਦੀ ਸਟੇਟ ਤੇ। ਇਹ ਡਾਟਾ ਯਾਦ ਰੱਖਣਾ ਹੈ, ਤੁਸੀਂ ਕਿਸੇ ਵੀ ਮੇਨਸ 'ਚ ਤੁਹਾਨੂੰ ਆਨਸਰ ਆ ਸਕਦਾ ਹੈ, ਐਸੇ ਵਿੱਚ ਯੂਜ਼ ਕਰ ਸਕਦੇ ਹੋ, ਪ੍ਰੋਬਲਮ ਸੋਲਵਿੰਗ ਦੇ ਕੁਐਸਚਨਸ 'ਚ ਯੂਜ਼ ਕਰ ਸਕਦੇ ਹੋ, ਤੇ ਇੰਟਰਵਿਊ 'ਚ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ ਦੀ ਫਾਈਨੈਂਸ਼ੀਅਲ ਹੈਲਥ ਕਿਵੇਂ ਹੈ, ਕਿਵੇਂ ਸੋਲਵ ਕਰੋਗੇ, ਠੀਕ ਹੈ। ਇਸ ਲਈ ਇਹ ਡਾਟਾ ਕਾਫੀ ਕੰਮ ਆਊ, ਇੰਪੋਰਟੈਂਟ ਹੈ, ਇਹਨੂੰ ਯਾਦ ਰੱਖੋ। ਇੰਨਾ ਡੈਟ ਹੈ, ਇਸ ਲਈ ਤਾਂ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਸਕੀਮਸ ਨੂੰ ਇਫੈਕਟਿਵਲੀ ਇੰਪਲੀਮੈਂਟ ਨਹੀਂ ਕਰ ਪਾਉਂਦੀ, ਠੀਕ ਹੈ। ਤਾਂ ਆਸ਼ੀਰਵਾਦ ਸਕੀਮ ਤੇ ਪੰਜਾਬ ਦਾ ਡੈਟ ਬਰਡਨ, ਇਹਨੂੰ ਯਾਦ ਰੱਖੋ। ਦੈਨ ਏਸਰ ਫਾਈਂਡਿੰਗਸ ਬਹੁਤ ਇੰਪੋਰਟੈਂਟ ਹੈ। ਪ੍ਰਥਮ ਨਾਮ ਦਾ NGO ਹੈ ਜਿਹੜਾ ਕਿ ਹਰ ਸਾਲ ਐਨੂਅਲੀ ਇਹ ਰਿਪੋਰਟ ਪ੍ਰੈਜ਼ੈਂਟ ਕਰਦਾ ਹੈ, ਜਿਹੜਾ ਕਿ ਇੰਡੀਆ ਦੇ ਐਜੂਕੇਸ਼ਨ ਸਿਸਟਮ ਦੀ ਕੁਆਲਿਟੀ ਦੇ ਬਾਰੇ ਕਮੈਂਟ ਕਰਦਾ ਹੈ ਜਾਂ ਉਹਦੀ ਸਥਿਤੀ ਦਿਖਾਉਂਦਾ ਹੈ, ਠੀਕ ਹੈ ਜੀ। ਹੁਣ ਇਹ ਪੰਜਾਬ ਸਪੈਸੀਫਿਕ ਵੀ ਡਾਟਾ ਆਇਆ ਹੈ। ਪੰਜਾਬ 'ਚ ਤੁਸੀਂ ਦੇਖੋ ਜਦ ਬੱਚਿਆਂ ਤੋਂ ਪੰਜਾਬੀ ਪੜ੍ਹਾਈ ਗਈ ਤਾਂ ਕਿਆ ਰਿਜ਼ਲਟ ਲਿਖ ਲਿਆ,
6% ਬੱਚੇ 6.4% ਬੱਚੇ ਉਹ ਲੈਟਰਸ ਪੰਜਾਬੀ ਦੇ ਪੜ੍ਹ ਨਹੀਂ ਪਾ ਰਹੇ ਸੀ। ਜਿਵੇਂ ਆਪਣਾ ਊੜਾ ਆੜਾ ਈੜੀ ਹੁੰਦਾ ਹੈ ਤਾਂ ਉਹ ਲੈਟਰ ਹੀ ਨਹੀਂ ਪੜ੍ਹ ਪਾ ਰਹੇ ਸੀ। ਤੇ ਆਲਮੋਸਟ 20% ਬੱਚੇ ਇਹਨਾਂ ਤੋਂ ਬਣੇ ਵਰਡਸ ਨਹੀਂ ਪੜ੍ਹ ਪਾ ਰਹੇ ਸੀ। ਜਿਵੇਂ ਤੁਸੀਂ ਆਮ ਲਿਖਤਾ ਤੇ ਤੁਸੀਂ ਉਹਨਾਂ ਨੂੰ ਕਹੋ ਪੜ੍ਹ ਕੇ ਦੱਸੋ ਤਾਂ 20% ਦੇ ਅਰਾਊਂਡ ਬੱਚੇ ਇਹ ਨਹੀਂ ਪੜ੍ਹ ਪਾਣਗੇ। ਠੀਕ ਹੈ, ਐਵੇਂ ਹੀ ਅਰਥਮੈਟਿਕ 'ਚ ਪਰਫਾਰਮੈਂਸ ਦੇਖੋ 3.5% ਬੱਚੇ ਜਿਹੜੇ 1 to 9 ਐਲਫਾਬੈਟ ਸੀ ਨੰਬਰਸ ਹੀ ਜਿਹੜੇ ਹੈ ਨਹੀਂ ਰਿਕਗਨਾਈਜ਼ ਕਰ ਪਾ ਰਹੇ ਸੀ ਤੇ 40% ਬੱਚੇ ਜਿਹੜੇ ਹੈ ਡਿਵੀਜ਼ਨ ਨਹੀਂ ਕਰ ਪਾ ਰਹੇ ਸੀ। ਸਬਸਟ੍ਰੈਕਸ਼ਨ ਕਰ ਪਾ ਰਹੇ ਸੀ ਬਟ ਡਿਵੀਜ਼ਨ ਨਹੀਂ। ਠੀਕ ਹੈ, ਇਹ ਸਾਰਾ ਕਲਾਸ 3 ਦੇ ਉੱਤੇ ਸਟੱਡੀ ਕੀਤੀ ਗਈ ਤੇ ਇਹ ਫਾਈਂਡਿੰਗਸ ਪਾਈਆਂ ਗਈਆਂ। ਰਾਈਟ, ਇਹ ਬੜਾ ਹੀ ਇੰਪੋਰਟੈਂਟ ਡਾਟਾ ਹੈ, ਲਿਖ ਕੇ ਰੱਖੋ। ਐਜੂਕੇਸ਼ਨ ਤੇ ਐਸੇ ਆਏ, ਮੇਨਸ 'ਚ ਆਂਸਰ ਆਵੇ ਜਿਹੜਾ ਕਿ ਬਹੁਤ ਹੀ ਓਬਵੀਅਸ ਹੈ। ਪ੍ਰੋਬਲਮ ਸੋਲਵਿੰਗ 'ਚ ਵੀ ਆਈ ਹੋਪ ਕਿ ਤੁਹਾਨੂੰ ਪਤਾ ਹੈ ਕਿ ਪ੍ਰੋਬਲਮ ਸੋਲਵਿੰਗ ਬਹੁਤ ਇੰਪੋਰਟੈਂਟ ਪਾਰਟ ਹੈ ਪੰਜਾਬ PCS ਦੇ ਮੇਨਸ ਦੇ ਐਗਜ਼ਾਮ ਦਾ। ਤਾਂ ਇਹਨਾਂ ਸਭ ਆਂਸਰਸ 'ਚ ਕੇਸ ਸਟੱਡੀਜ਼ 'ਚ ਤੁਸੀਂ ਇਹ ਲਿਖ ਸਕਦੇ ਹੋ। ਠੀਕ ਹੈ ਜੀ, ਇਹ ਸਾਰੇ ਡਾਟਾ ਤਿੰਨੋਂ ਬਹੁਤ ਇੰਪੋਰਟੈਂਟ ਹੈ। ਰਾਈਟ, ਹੁਣ ਨੈਕਸਟ ਕਰ ਲੈਂਦੇ ਆ ਫਾਰਮ ਯੂਨੀਅਨਸ ਟੂ ਮੋਬਿਲਾਈਜ਼ ਪੀਪਲ ਫॉर ਪੱਕਾ ਮੋਰਚਾ। ਠੀਕ ਹੈ ਜੀ, ਤਾਂ ਪੰਜਾਬ 'ਚ 5 ਫਾਰਮ ਯੂਨੀਅਨਸ ਜਿਹੜੀਆਂ ਮਿਲ ਕੇ ਇੱਕ ਪੱਕਾ ਮੋਰਚਾ ਲਾਂਚ ਕਰਨ ਵਾਲੀਆਂ ਹੈ। ਠੀਕ ਹੈ, ਇਹ 5 ਯੂਨੀਅਨਸ ਦੇ ਨਾਮ ਲਿਖਣ ਦੀ ਯਾਦ ਰੱਖਣ ਦੀ ਜ਼ਰੂਰਤ ਨਹੀਂ ਕਿਆ ਹੈ। ਐਕਚੁਅਲੀ ਸਾਰੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਮਿਲਾ ਕੇ ਇਹਨਾਂ 3 ਇਸ਼ੂਜ਼ ਤੇ ਅਵੇਅਰਨੈਸ ਤੇ ਮੁਹਿੰਮ ਚਲਾਉਣ ਦਾ ਪਰਪਸ ਹੈ ਇਹਦਾ। ਵਾਟਰ ਕ੍ਰਾਈਸਿਸ ਜਿਹੜਾ ਪੰਜਾਬ 'ਚ ਕਾਫੀ ਹੋ ਰਿਹਾ ਹੈ, ਇਨਵਾਇਰਮੈਂਟ ਪੋਲਿਊਸ਼ਨ ਕਾਫੀ ਹੈ, ਫੈਡਰਲ ਸਟਰਕਚਰ 'ਤੇ ਇੰਪੈਕਟ ਪੈ ਰਿਹਾ ਹੈ ਪੰਜਾਬ ਦੇ। ਤਾਂ ਇਹਨਾਂ ਸਭ ਇਸ਼ੂਜ਼ ਨੂੰ ਸੋਲਵ ਕਰਨ ਲਈ ਇਹ ਪੱਕਾ ਮੋਰਚਾ ਚਲਾਇਆ ਜਾਣਾ ਹੈ। ਇਹ ਪੱਕਾ ਮੋਰਚਾ ਜਿਹੜਾ ਹੈ ਗਵਰਨਮੈਂਟ ਦੇ ਸਾਹਮਣੇ ਕੁਝ ਡਿਮਾਂਡਸ ਰੱਖੂ ਜਿਹੜੀਆਂ ਕਿ ਗਵਰਨਮੈਂਟ ਨੂੰ ਮੰਨਣੀਆਂ ਪੈਣੀਆਂ ਹੈ। ਠੀਕ ਹੈ, ਪ੍ਰੈਸ਼ਰ ਗਰੁੱਪ ਕਿਆ ਹੁੰਦਾ ਹੈ? ਇੱਕ ਇਹੋ ਜਿਹਾ ਗਰੁੱਪ ਜਿਸ 'ਚ ਲੋਕ ਜਾਂ ਯੂਨੀਅਨਸ ਜਿਹੜੀਆਂ ਇਕੱਠੀਆਂ ਆਉਂਦੀਆਂ ਨੇ ਫॉर ਅਚੀਵਿੰਗ ਅ ਕਾਮਨ ਇੰਟਰਸਟ। ਠੀਕ ਹੈ, ਇਹਨਾਂ ਦਾ ਇੱਕ ਇੰਟਰਸਟ ਹੋਊਗਾ, ਉਹਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਤਾਂ ਇਹ ਕੀ ਕਰਨਗੀਆਂ? ਗਵਰਨਮੈਂਟ 'ਤੇ ਪ੍ਰੈਸ਼ਰ ਪਾਉਣਗੀਆਂ ਤਾਂ ਕਿ ਇਹਨਾਂ ਦਾ ਇੰਟਰਸਟ ਜੋ ਹੈ ਉਹ ਪਾਲਿਸੀਜ਼ ਵਿੱਚ, ਗਵਰਨਮੈਂਟ ਦੀ ਪਾਲਿਸੀਜ਼ ਦੇ ਵਿੱਚ ਰਿਫਲੈਕਟ ਹੋਵੇ। ਠੀਕ ਹੈ, ਸੋ ਪ੍ਰੈਸ਼ਰ ਗਰੁੱਪ is basically the coming together of a set of people, individuals or organizations to achieve a common interest for which they exert pressure on the government to get their interest reflected in the policies of the government. ठीक है, इस तरीके नाल डेफिनेशन याद कर सकते हो। हुणे पक्का मोर्चा भी देखो SYL सतलुज यमुना लिंक कैनल जो ऑलरेडी मैं इशू डिटेल च डिस्कस कर चुकी, ये नहीं चाहते कि पानी जिहड़ा है वो हरियाणा नाल वंडिया जावे। देखो जब तो ग्रीन रेवोल्यूशन पंजाब विच आई है वाटर क्राइसिस भी काफ़ी वध गया है। पंजाब कोल वाटर नहीं है आपदी नीड्स नू मीट करन लई, तो इसीलिए वाटर शेयरिंग ते हमेशा डिस्प्यूट चलता रहता है। तो इसीलिए पक्का मोर्चा विच ये किसान यूनियंस चाहदियां ने कि SY सतलुज का पानी हरियाणा नाल ना शेयर किया जाए। तो इसीलिए यह मुहिम चलाई जाएगी। आप गवर्नमेंट, पंजाब गवर्नमेंट ਜਿਹੜੀ ट्राइब्यूनल वगैरह सैटअप करने ਲਈ कह रही है SYL इशू ਤੇ ਇਹ ਉਹਨੂੰ ਵੀ ਅਪੋਜ਼ ਕਰ ਰਹੇ ਨੇ। ठीक है, ਤੁਸੀਂ ਪ੍ਰੈਸ਼ਰ ਗਰੁੱਪ ਯਾਦ ਰੱਖਣਾ ਹੈ। ਪੱਕਾ ਮੋਰਚਾ ਕਿਆ ਹੈ? ਪ੍ਰੈਸ਼ਰ ਗਰੁੱਪ ਹੈ। ਪਹਿਲਾਂ ਵੀ ਮੈਂ ਇੱਕ ਪ੍ਰੈਸ਼ਰ ਗਰੁੱਪ ਤੁਹਾਨੂੰ ਪੜ੍ਹਾ ਚੁੱਕੀ, ਤੁਸੀਂ ਉਹਦਾ ਨਾਮ ਕਮੈਂਟਸ 'ਚ ਮੈਨੂੰ ਦੱਸਣਾ ਹੈ। ਠੀਕ ਹੈ, ਇਹ ਸਭ ਐਗਜ਼ਾਮਪਲਸ ਤੁਸੀਂ ਪੇਪਰ 'ਚ ਯੂਜ਼ ਕਰ ਸਕਦੇ ਹੋ। ਠੀਕ ਹੈ, ਦੈਟ ਇਜ਼ ਆਲ ਅਬਾਊਟ ਪੱਕਾ ਮੋਰਚਾ। ਨੈਕਸਟ ਵੈਰੀ ਇੰਪੋਰਟੈਂਟ ਇਸ਼ੂ ਆਪਾਂ ਹੁਣ ਕਰਦੇ ਹਾਂ। ठीक है जी, अज मैनू वीडियो बनाने ते काफ़ी टाइम ते एफर्ट लाना पिया। 3 बार वीडियोज़ का ऑडियो नहीं रिकॉर्ड होया, पौने घंटे दी वीडियोज़ मैंने इन्नी बार बनाइया एंड दैन री रिकॉर्ड करना पै रहा है मैनू हुण, इसीलिए थोड़ा फास्ट मैं अज बोल रही हैं। बट तुसी यू नो स्पीड मैनेज कर सकते हो यूट्यूब ते, तुहानू पता है अगर तुहानू डिफिकल्टी हो रही है तो थोड़ा तुसी उत्थे स्पीड जिहड़ी है स्लो कर लो, अपने आप तुहानू कंफर्टेबल हो जाएगा। राइट, नेक्स्ट वेरी इंपॉर्टेंट न्यूज़, राज्यसभा सीट फॉर चंडीगढ़, कांग्रेस MP मनीष तिवारी। ठीक है जी, देखो ये MP कह रहे हैं कि चंडीगढ़ नू राज्यसभा विच रिप्रजेंटेशन दिती जाए। ठीक है जी, तो इस बहुत सारी आई जी टर्म्स ते इशूज़ है जिहड़ी आपां डिटेल च डिस्कस कर लैंदे हैं। देखो इन्होंने प्राइवेट मैंबर बिल इंट्रोड्यूस किया है ये डिमांड नू फुलफिल कराने लई। हुण प्राइवेट मैंबर बिल क्या हुंदा है पहलां ये देख लैंदे हैं। ठीक है, तो देखो तुहाडी हुंदी है पार्लीमेंट, सब नू पता है पार्लीमेंट दे जिहड़े मैंबर्स हुंदे आ उन्हां नू आपां MPs कहने हैं, मैंबर्स ऑफ पार्लीमेंट। सारे पार्लीमेंट मतलब लोक सभा राज्य सभा च जिन्ने भी मैंबर्स है उन्हां नू आपां MPs कहने हैं। ठीक है, आपां ही इलैक्ट करते हैं वोटिंग करके, मोदी जी नू आपां इलैक्ट किया है, राजनाथ जी सारिਆਂ नू आपां ही इलैक्ट किया है, ये MPs बन जाते हैं। ठीक है, हुण जिहड़े MPs हुंदे आ ये इलैक्टेड गवर्नमेंट दे हुंदे आ, जिवें कि BJP है तुहाडी
ਇਹ ਇਲੈਕਟਿਡ ਗਵਰਨਮੈਂਟ ਦੇ ਐਮਪੀਜ਼ ਹੋ ਗਏ। ਤੇ ਫਿਰ ਓਪੋਜੀਸ਼ਨ ਦੇ ਐਮਪੀਜ਼ ਵੀ ਹੁੰਦੇ ਆ, ਜਿਵੇਂ ਕਿ ਤੁਹਾਡੇ ਕਾਂਗਰਸ ਦੇ ਐਮਪੀਜ਼ ਹੋਣਗੇ, ਤ੍ਰਿਣਮੂਲ ਕਾਂਗਰਸ ਦੇ ਹੋਣਗੇ, ਆਪ ਦੇ ਹੋਣਗੇ, ਹਨਾ ਜੀ। ਹਰ ਪਾਰਟੀ ਦੇ ਐਮਪੀਜ਼ ਹੋ ਸਕਦੇ ਆ ਪਾਰਲੀਮੈਂਟ ਵਿੱਚ, ਠੀਕ ਹੈ। ਹੁਣ ਜਿਹੜੀ ਇਲੈਕਟਿਡ ਗਵਰਨਮੈਂਟ ਹੈ, ਕੁਛ ਲੋਕ, ਕੁਛ ਐਮਪੀਜ਼ ਮਿਨਿਸਟਰਸ ਬਣ ਜਾਂਦੇ ਹੈ। ਮਿਨਿਸਟਰਸ ਮਤਲਬ ਇਹਨਾਂ ਨੂੰ पोर्टफोलियो अलोकेट किया जाता है कि फाइनेंस संभालना है कंट्री का, डिफेंस संभालनी है, एक्सटर्नल अफेयर्स संभालने हैं, ठीक है। तो लेट्स से कि 40 लोगों को मिल गई, एग्जाम्पल है। टोटल मिनिस्ट्रीज चेंज होंदियां रहंदियां इंडिया विच, कॉन्स्टेंट नहीं रहंदियां। तो समझ लो 40 मिनिस्ट्रीज है, वो 40 एमपीज नूं देतियां गईयां। ਤਾਂ ਇਹ ਮਿਨਿਸਟਰ ਹੁਣ ਜੋ ਵੀ ਬਿੱਲ ਪ੍ਰੈਜ਼ੈਂਟ ਕਰਨਗੇ ਉਹ ਨਾਰਮਲ ਬਿਲਸ ਦੀ ਤਰ੍ਹਾਂ ਆਉਂਦੇ ਨੇ। ਬਾਕੀ ਐਮਪੀਜ਼ ਚਾਹੇ ਇਲੈਕਟਿਡ ਗਵਰਨਮੈਂਟ ਦੇ ਹੋਣ ਚਾਹੇ ਓਪੋਜੀਸ਼ਨ ਦੇ, ਇਹ ਐਮਪੀਜ਼ ਜੋ ਬਿੱਲ ਪ੍ਰੈਜ਼ੈਂਟ ਕਰਦੇ ਹੈ ਉਹਨਾਂ ਨੂੰ ਪ੍ਰਾਈਵੇਟ ਮੈਂਬਰਸ ਬਿੱਲ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਮਤਲਬ ਪ੍ਰਾਈਵੇਟ ਮੈਂਬਰ ਬਿੱਲ ਕਿਆ ਹੋਇਆ? ਅ ਬਿੱਲ ਪ੍ਰੈਜ਼ੈਂਟਡ ਬਾਏ ਅ ਨॉन ਮਿਨਿਸਟਰ ਬਟ ਐਨ ਐਮਪੀ, ਠੀਕ ਹੈ। ਇੱਕ ਐਮਪੀ ਜਿਹੜਾ ਬਿੱਲ ਦਵੇ, ਨॉट ਮਿਨਿਸਟਰ, ठीक है जी। ये है तुहाडा प्राइवेट मैंबर बिल। तो हुणे ये प्राइवेट मैंबर दे बिल की तरह ही ये प्रपोजल इंट्रोड्यूस होया है, ठीक है जी। हुणे ये राज्य सभा विच चेंजिस करन नूं कह रहा है, राज्य सभा की कॉम्पोजिशन विच चेंजिस करन नूं कह रहा है। तो लैट्स फर्स्ट सी कि राज्य सभा की कॉम्पोजिशन है क्या, ठीक है। कॉन्स्टिट्यूशन ने आर्टिकल 80 के अंडर राज्य सभा की कॉन्स्टिट्यूशन बारे सारी इन्फॉर्मेशन ते डिटेल्स दित्तियां हैं, जिहदे अकॉर्डिंग राज्य सभा विच टोटल 250 मैंबर होणगे। मतलब मैक्सिमम 250 मैंबर हो सकते हैं, उस तो घट हो सकते हैं, बट वो तो वध नहीं, ठीक है। इसीलिए करंटली 245 मैंबर्स ने, 5 घट ने मैक्सिमम कैपेसिटी नालों, ठीक है। इस 245 विचों 12 नॉमिनेटेड मैंबर्स ने। 12 नॉमिनेटेड मैंबर्स मतलब परसनस ऑफ हाई कैलिबर, जिमें कि साइंस, आर्ट, लिटरेचर ते सोशल सर्विस, ये 4 फील्ड्स चों ਜਿਹੜੇ भी परसन ऑफ हाई एमिनेंस है, प्रेजिडेंट उन्होंने अपनी राज्य सभा विच नॉमिनेट कर सकता है। तो जिमें कि सचिन तेंदुलकर, रेखा, यह जे बड़े सारे प्रोमिनेंट पर्सनैलिटीज़ है जिन्होंने आपदे आपदे फील्ड्स च काफ़ी अचीवमेंट्स दित्तियां हैं, उन्हां दी विजडम नूं यूज़ करन लई आपां उन्हां नूं नॉमिनेट किया है राज्य सभा विच, ठीक है। बाकी जिन्ने भी मैंबर्स हैं 233 वो सारे इलैक्टिड होणगे, ठीक है जी। ये 233 विचों 4 यूटीज़ नूं रिप्रजेंट करते हैं, 4 मैंबर्स 229 स्टेट्स नूं रिप्रजेंट करते हैं। यूटीज़ 3 यूटीज़ रिप्रजेंट होंदियां इत्थे, पुडुचेरी, दिल्ली, जम्मू कश्मीर, ठीक है जी। जिहदी पॉपूलेशन ज़्यादा है उन्होंने 2 सीट्स मिलियां होंगियां, बाकी 2 यूटीज़ नूं 1-1 सीट मिली हुई है, ठीक है जी। इसीलिए 4 टोटल सीट्स है 3 यूटीज़ दियां। ਤਾਂ ਹੁਣ डिमांड की ਕੀਤੀ जा रही है इन्ना यूटीज़ ਦੇ ਵਿੱਚ ਚੰਡੀਗੜ੍ਹ ਨੂੰ ਵੀ रिप्रजेंटेशन ਦਿੱਤੀ ਜਾਵੇ, ठीक है जी। चंडीगढ़ की पॉपूलेशन कंटीन्यूअसली वध रही है, तो मिलियंस च पहुँच चुकी है चंडीगढ़ की पॉपूलेशन। तो वाई नॉट रिप्रजेंट सच बिग पॉपूलेशन, इसीलिए प्रपोजल प्रजेंट किया गया है, ठीक है जी। ये बेसिक करंट अफेयर की इन्फॉर्मेशन तो स्टैटिक पार्ट है। हुण जब राज्य सभा डिस्कस कर ही रहे हैं तो आप कुछ और डिटेल्स भी डिस्कस कर लेने हैं राज्य सभा नाल रिलेटेड ही। राज्य सभा का चेयरपर्सन क्या हुंदा है? तुहाडा वाइस प्रेजिडेंट। जो भी तुहाडा वाइस प्रेजिडेंट हो वो एक्स ऑफिशियो जिहड़ा है तुहाडा चेयरपर्सन बन जाना है राज्य सभा का, ठीक है जी। तो फिर डेपूटी चेयरपर्सन कौन हुंदा है राज्य सभा का? इलैक्टिड फ्रॉम विद इन दी हाउस, मैंबर्स वोट करके इलैक्ट करते हैं एक इंसान नूं, ठीक है जी, एक एमपी नूं। राज्य सभा परमानेंट हाउस है, जिवें लोक सभा तो 5 साल बाद डिजोल्व हो जाता है, बट राज्य सभा हमेशा पिक्चर विच रहिंदा है, कंप्लीटली डिजोल्व नहीं हुंदा। ये मैंबर्स की टेन्योर 6 साल की हुंदी है अकॉर्डिंग टू द रिप्रजेंटेशन ऑफ पीपल्स एक्ट, ठीक है। कॉन्स्टिट्यूशन च नहीं मैंशन, रिप्रजेंटेशन ऑफ पीपल एक्ट्स च है। तो हर 2 साल बाद इन एवरी 2 ईयर्स ये 1/3 मैंबर्स जोड़े रिटायर होंगे है, ठीक है। कट्ठे कभी भी नहीं रिटायर होंगे, हर 2 साल बाद 1/3 मैंबर्स जोड़े रिटायर होंगे, इसीलिए परमानेंट हाउस है। इकट्ठे कभी भी ये मैंबर्स जाते नहीं, लोक सभा के तो इकट्ठे ही जाते इकट्ठे ही आते यूजली, है ना। तो जेडे ये मैंबर्स जेडे आप इलैक्टिड मैंबर्स कहे सी 233, ये प्रपोर्शनल रिप्रजेंटेशन थ्रू सिंगल ट्रांसफरेबल वोट के सिस्टम के थ्रू इलैक्ट होंगे है। इनडायरैक्ट इलैक्शंस, इनडायरैक्ट इलैक्शंस का मतलब क्या है?
ਆਪਾਂ ਐਜ਼ ਸਿਟੀਜ਼ਨਸ ਡਾਇਰੈਕਟਲੀ ਵੋਟ ਨਹੀਂ ਕਰਦੇ ਇਹਨਾਂ ਨੂੰ ਇਲੈਕਟ ਕਰਨ ਲਈ। ਰਾਜ ਸਭਾ ਦੇ ਐਮਪੀਜ਼ ਨੂੰ ਇਲੈਕਟ ਕਰਨ 'ਚ ਆਪਣੇ ਸਿਟੀਜ਼ਨਸ ਦਾ ਡਾਇਰੈਕਟ ਕੋਈ ਰੋਲ ਨਹੀਂ ਹੈ, ਠੀਕ ਹੈ। ਇਸ 'ਚ ਇਨਡਾਇਰੈਕਟ ਇਲੈਕਸ਼ਨਸ ਹੁੰਦੇ ਹੈ। ਆਪਾਂ ਜਿਹੜੇ ਸਿਟੀਜ਼ਨਸ ਹੈ, ਆਪਾਂ ਆਪਦੇ MLAs ਸਟੇਟ ਲੈਜਿਸਲੇਟਿਵ ਅਸੈਂਬਲੀ ਦੇ MLAs ਨੂੰ ਇਲੈਕਟ ਕਰਦੇ हैं, ਠੀਕ ਹੈ। ਆਪਾਂ ਵੋਟ ਪਾ ਕੇ ਇਹਨਾਂ ਨੂੰ ਇਲੈਕਟ ਕਰਦੇ ਹਾਂ। ਇਹ MLAs ਜਿਹੜੇ ਹੈ ਰਾਜ ਸਭਾ ਦੇ MPs ਨੂੰ ਵੋਟ ਕਰਕੇ ਇਲੈਕਟ ਕਰਨਗੇ ਆਪਦੇ ਮੈਂਬਰਸ ਦੇ ਵਿੱਚੋਂ, ਠੀਕ ਹੈ। ਰਾਜ ਸਭਾ ਦੇ MPs ਇਹਨਾਂ MLAs ਬਾਰੇ ਇਲੈਕਟ ਹੁੰਦੇ ਆ, ਇਸ ਲਈ ਇਨਡਾਇਰੈਕਟ ਸਿਸਟਮ ਹੈ, ਉਹ ਵੀ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ, ਠੀਕ ਹੈ ਜੀ। ਇਹ ਤੁਸੀਂ ਇਨਫੋਰਮੇਸ਼ਨ ਰਾਜ ਸਭਾ ਤੇ ਯਾਦ ਰੱਖਣੀ ਹੈ। ਰਾਜ ਸਭਾ ਦਾ ਬਰਥ ਤੁਸੀਂ ਕਹਿ ਸਕਦੇ ਹੋ 1918 ਵਿੱਚ ਹੋ ਗਿਆ ਸੀ, ਜਦੋਂ ਮੌਂਟੈਂਕਿਊ ਚੈਮਸਫੋਰਡ ਰਿਪੋਰਟ ਆਈ ਤਾਂ ਇਹਨਾਂ ਨੇ ਬਾਈਕੈਮਰਲ ਲੈਜਿਸਲੇਚਰ ਪ੍ਰਪੋਜ਼ ਕੀਤੀ ਸੀ। ਤਾਂ ਉਦੋਂ ਤੋਂ ਇੰਡੀਆ ਵਿੱਚ 2 ਹਾਊਸਿਸ ਨੇ, ਲੋਅਰ ਹਾਊਸ, ਅਪਰ ਹਾਊਸ, ਠੀਕ ਹੈ ਜੀ। ਇਹ ਪਹਿਲਾਂ ਪ੍ਰੋਵਿੰਸ਼ੀਅਲ ਲੈਵਲ ਤੇ ਆਈ ਸੀ, ਬਾਅਦ 'ਚ ਵਿਦ ਲੀਗਲ ਚੇਂਜਸ ਨੈਸ਼ਨਲ ਲੈਵਲ ਤੇ ਵੀ ਆ ਗਈ ਸੀ। ਤੁਸੀਂ ਹਿਸਟਰੀ ਵਿੱਚ ਇਹ ਰਿਪੋਰਟਸ ਜਾਂ ਇਹ ਐਕਟਸ ਜਿਹੜੀਆਂ ਫਸਟ ਚੈਪਟਰ ਵਿੱਚ ਵੀ ਆਪਦੀ ਪੋਲਿਟੀ ਦੇ ਪੜ੍ਹੀਆਂ ਹੋਣਗੀਆਂ, ਥੋੜ੍ਹਾ ਉਹ 'ਤੇ ਧਿਆਨ ਦਿਓ ਤਾਂ ਤੁਹਾਨੂੰ ਇਹ ਡਿਟੇਲਸ ਪਤਾ ਚੱਲ ਜਾਣਗੀਆਂ। ਇਹ ਕਾਫੀ ਇੰਪੋਰਟੈਂਟ ਹੈ ਕੁਐਸਚਨਸ ਦੇ ਪਰਸਪੈਕਟਿਵ ਤੋਂ, ਰਾਈਟ। ਨੈਕਸਟ ਇਸ਼ੂ ਡਿਸਕਸ ਕਰ ਲੈਂਦੇ ਹਾਂ, ਇਨਸਾਈਡ ਪੰਜਾਬ ਪ੍ਰਿਜ਼ਨਸ। ਕਾਫੀ ਇੰਪੋਰਟੈਂਟ ਹੈ ਪ੍ਰਿਜ਼ਨਸ ਦਾ ਟੌਪਿਕ, ਤੇ ਉਹ 'ਤੇ ਡਿਟੇਲ ਪੰਜਾਬ ਸਪੈਸੀਫਿਕ ਸਟੱਡੀ ਤੇ ਰਿਪੋਰਟ ਆਈ ਹੈ, ਤਾਂ ਇਹ ਡਾਟਾ ਆਪਾਂ ਕਾਫੀ ਆਨਸਰਸ 'ਚ ਯੂਜ਼ ਕਰ ਸਕਦੇ ਹਾਂ। ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਤੇ ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਨੇ ਲਾਂਚ ਕੀਤੀ ਹੈ। ਜਿਵੇਂ ਤੁਸੀਂ ਸੈਂਟਰ ਲੈਵਲ ਤੇ ਨਾਲਸਾ ਸੁਣਿਆ ਹੋਣਾ ਹੈ, ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਉਵੇਂ ਹੀ ਸਟੇਟ ਲੈਵਲ ਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਹੈ। ਤਾਂ ਇਹ ਇੱਕ ਬੋਡੀ ਹੈ। ਤੇ ਕਾਮਨਵੈਲਥ ਕਿਆ ਹੈ? ਬ੍ਰਿਟਿਸ਼ ਜੋ ਕਾਲੋਨੀਜ਼ ਰਹਿ ਚੁੱਕੀਆਂ ਹੈ, ਉਹ 53 ਕੰਟਰੀਜ਼ ਦੀ ਯੂਨੀਅਨ। ਤਾਂ ਇਹਨਾਂ ਦੇ ਵੀ ਹਿਊਮਨ ਰਾਈਟਸ ਦੇ ਕੁਝ ਇਨੀਸ਼ੀਏਟਿਵ ਹੈ, ਤਾਂ ਇਹਦੀ ਵੀ ਇਹ ਇੱਕ ਸਮਝ ਲਓ ਅਕੈਡਮਿਕ ਗਰੁੱਪਿੰਗ ਹੈ, ਬੋਡੀ ਹੈ। ਤਾਂ ਇਹ ਦੋਨਾਂ ਨੇ ਮਿਲ ਕੇ ਪੰਜਾਬ 'ਤੇ ਸਟੱਡੀ ਕੀਤੀ ਹੈ ਅਤੇ ਡਾਟਾ ਪ੍ਰੈਜ਼ੈਂਟ ਕੀਤਾ ਹੈ, ਠੀਕ ਹੈ। ਇਹ ਡਾਟਾ ਇੰਪੋਰਟੈਂਟ ਹੈ, ਐਵੇਂ ਹੀ ਟੈਬੂਲਰ ਫਾਰਮ 'ਚ ਤੁਸੀਂ ਇਹਨੂੰ ਲਿਖ ਕੇ ਰੱਖੋ ਅਤੇ ਇਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨਾ, ਰਾਈਟ। ਅਤੇ ਆਨਸਰਸ 'ਚ ਯੂਜ਼ ਕਰਨੀ ਹੈ, ਬਹੁਤ ਕੰਮ ਆਏਗੀ ਤੁਹਾਨੂੰ। ਗਵਰਨੈਂਸ 'ਚ, ਕੇਸ ਸਟੱਡੀ ਹੋਵੇ, ਕਿਸੇ 'ਚ ਵੀ ਯੂਜ਼ ਕਰ ਸਕਦੇ ਹੋ। ਫਸਟ ਡਾਟਾ ਹੈ ਓਵਰ ਕਰਾਊਡਿੰਗ। ਪ੍ਰਿਜ਼ਨਸ ਜਿਹੜੀਆਂ 75% ਆਫ ਪੰਜਾਬ ਪ੍ਰਿਜ਼ਨਸ ਉਹ ਓਵਰ ਕਰਾਊਡਡ ਹੈ। ਉਹਨਾਂ ਦੀ ਕਪੈਸਿਟੀ ਹੋਵੇਗੀ 100, ਬਟ ਲੋਕ ਕਿੰਨੇ ਨੇ? 150। ਜਸਟ ਐਨ ਐਗਜ਼ਾਮਪਲ ਓਵਰ ਕਰਾਊਡਿੰਗ ਦੀ, ਜਿਵੇਂ ਤੁਹਾਨੂੰ ਹੋਸਟਲ ਦੇ ਰੂਮ 'ਚ ਜ਼ਿਆਦਾ ਤੋਂ ਜ਼ਿਆਦਾ 2 ਲੋਕ ਆ ਸਕਦੇ ਹੋ, ਜਾਂ 3 ਆ ਸਕਦੇ ਹੋ, ਜਾਂ 4 ਆ ਸਕਦੇ ਹੋ। ਹੁਣ ਜੇ 10 ਬੰਦੇ ਹੋਸਟਲ ਦੇ ਰੂਮ 'ਚ ਪਾ ਦਿੱਤੇ ਜਾਣ ਤਾਂ ਕੀ ਹਾਲਤ ਹੋਊਗੀ ਤੁਹਾਡੀ? ਤਾਂ ਇਹੀ ਆਪਣੀ ਪ੍ਰਿਜ਼ਨਸ ਦੀ ਹਾਲਤ ਹੈ। ਅਤੇ ਇਹ ਕੰਸਰਨਿੰਗ ਗੱਲ ਹੈ। ਦੇਖੋ, ਪ੍ਰਿਜ਼ਨਸ ਦਾ ਮਤਲਬ ਸਿਰਫ ਪਨਿਸ਼ ਕਰਨਾ ਨਹੀਂ ਹੈ, ਪ੍ਰਿਜ਼ਨ ਦਾ ਮਤਲਬ ਰਿਫੋਰਮੇਟਿਵ ਵੀ ਹੁੰਦਾ ਹੈ। ਕੈਦੀ ਨੂੰ ਮਿਸਟੇਕਸ ਸੁਧਾਰਨ ਦੀ ਤੇ ਸੋਸਾਇਟੀ ਨਾਲ ਰੀਇੰਟੀਗ੍ਰੇਟ ਹੋਣ ਦੀ ਅਬਿਲਿਟੀ ਦੇਣਾ ਵੀ ਹੁੰਦਾ ਹੈ। ਤੇ ਓਵਰ ਕਰਾਊਡਿੰਗ ਇਸ ਪਰਪਸ ਲਈ ਸਹੀ ਨਹੀਂ ਹੈ, ਠੀਕ ਹੈ। 75% ਆਫ ਪੰਜਾਬਸ ਪ੍ਰਿਜ਼ਨਸ ਆਰ ਓਵਰ ਕਰਾਊਡਡ। ਸੈਕਿੰਡ, ਦੇਖੋ ਡਰੱਗ ਦਾ ਇਸ਼ੂ ਪੰਜਾਬ ਵਿੱਚ ਬਹੁਤ ਐਕਿਊਟ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ। ਤੇ ਸੈਕਿੰਡ ਡਾਟਾ, ਸੈਕਿੰਡ ਆਬਜ਼ਰਵੇਸ਼ਨ ਵੀ ਇਹੀ ਕਹਿ ਰਹੀ ਹੈ। ਇਹ ਕਹਿੰਦੀ ਹੈ ਕਿ 42% ਜਿਹੜੇ ਪ੍ਰਿਜ਼ਨਰਸ ਨੇ ਪੰਜਾਬ ਦੀ ਜੇਲ੍ਹਾਂ ਵਿੱਚ, ਉਹ ਡਰੱਗ ਐਕਟ, ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ ਐਕਟ ਦੇ ਅੰਡਰ ਹੀ ਕੈਦੀ ਬਣੇ ਹੋਏ ਨੇ, ਅੰਡਰ ਹੀ ਟਰਾਏ ਹੋ ਰਹੇ ਨੇ, ਠੀਕ ਹੈ। ਤਾਂ ਇਹ ਵੀ ਬਹੁਤ ਕੰਸਰਨਿੰਗ ਡਾਟਾ ਹੈ। ਇਹ ਸ਼ੋਅ ਕਰਦਾ ਹੈ ਕਿ ਡਰੱਗ ਇਸ਼ੂ ਕਿੰਨਾ ਜ਼ਿਆਦਾ, ਡਰੱਗ ਕ੍ਰਾਈਮ ਕਿੰਨਾ ਜ਼ਿਆਦਾ ਵੱਧ ਰਿਹਾ ਪੰਜਾਬ ਵਿੱਚ, ਠੀਕ ਹੈ। ਸਟਾਫ ਵੈਕੈਂਸੀ 25% ਹੈ। ਸਟਾਫ ਹੀ ਨਹੀਂ ਹੋਊਗਾ ਤਾਂ ਮੈਨੇਜ ਕੌਣ ਕਰੂਗਾ ਪ੍ਰਿਜ਼ਨਸ ਨੂੰ? ਇਸੀਲੀਏ ਇਸ਼ੂ ਰਹਿੰਦਾ ਹੈ। ਐਜੂਕੇਸ਼ਨ ਸਟਾਫ ਤੁਸੀਂ ਦੇਖੋ 16 ਪ੍ਰਿਜ਼ਨਸ ਵਿੱਚ ਵੈਕੈਂਸੀ ਹੈ, ਕਾਫੀ ਹਾਈ। ਵੈਲਫੇਅਰ ਸਟਾਫ ਦੀ 17 ਪ੍ਰਿਜ਼ਨਸ ਵਿੱਚ ਵੈਕੈਂਸੀ ਹੈ, ਰਾਈਟ। ਇਹ ਕਾਫੀ ਬੜਾ ਇਸ਼ੂ ਹੈ। ਵਿਮਨ ਆਫਿਸਰਸ ਤੁਸੀਂ ਦੇਖੋ, ਟੋਟਲ 103 ਆਫਿਸਰ 'ਚੋਂ ਸਿਰਫ 3 ਵਿਮਨ ਆਫਿਸਰਸ ਹੈ, ਮਤਲਬ ਵਿਮਨ ਦੀ ਰਿਪਰੈਜ਼ੈਂਟੇਸ਼ਨ ਇਨ ਪ੍ਰਿਜ਼ਨਸ ਇਜ਼ ਆਲਸੋ ਲੈਸ, ਠੀਕ ਹੈ। ਤਾਂ ਇਹ ਵੀ ਜੈਂਡਰ ਡਿਵਾਈਡ ਦੀ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਹੋ। ਬਜਟ ਦੀ ਕਾਫੀ ਸ਼ਾਰਟੇਜ ਹੈ ਫੈਕਟਰੀ ਮੈਨੂਫੈਕਚਰਿੰਗ ਯੂਨਿਟਸ ਲਈ, ਜਿਵੇਂ ਕਿ ਆਪਾਂ ਕਹਿ ਰਹੇ ਰਿਫੋਰਮ ਦਾ ਪਰਪਸ ਹੈ। ਤਾਂ ਪ੍ਰਿਜ਼ਨਰਸ ਨੂੰ ਪ੍ਰਿਜ਼ਨ ਦੇ ਅੰਡਰ ਕਾਫੀ ਲੇਬਰ ਦਾ ਕੰਮ ਕਰਾਇਆ ਜਾਂਦਾ ਹੈ, ਤਾਂ ਕਿ ਉਹ ਅਰਨਿੰਗ ਕਰ ਸਕਣ, ਬਾਅਦ 'ਚ ਜਾ ਕੇ ਉਹ ਪੈਸਾ ਬਾਹਰ ਜਾ ਕੇ ਪ੍ਰਿਜ਼ਨ ਦੇ ਯੂਜ਼ ਵੀ ਕਰ ਸਕਣ ਆਪਦੀ ਲਾਈਫ ਨੂੰ ਸੈਟਅਪ ਕਰਨ ਲਈ। ਬਟ ਦੇਖੋ ਹੁਣ ਇਹ ਮੈਨੂਫੈਕਚਰਿੰਗ ਯੂਨਿਟਸ ਨੂੰ, ਫੈਕਟਰੀਜ਼ ਨੂੰ ਬਜਟ ਹੀ ਪ੍ਰੋਪਰ ਨਹੀਂ ਮਿਲ ਰਿਹਾ, ਤਾਂ ਪ੍ਰਿਜ਼ਨਰਸ ਵੀ ਕਿਆ ਕਮਾਈ ਕਰ ਪਾਉਣਗੇ ਅਤੇ ਕਿਆ ਪ੍ਰਿਜ਼ਨ ਦੀ ਵੀ ਡਿਵੈਲਪਮੈਂਟ ਹੋ ਪਾਏਗੀ। ਤਾਂ ਇਹ ਵੀ ਨੈਕਸਟ ਇਸ਼ੂ ਹੈ।
ਵਿਮਨ ਪ੍ਰਿਜ਼ਨਰਸ ਜਿਹੜੀਆਂ ਉਹਨਾਂ ਨੂੰ ਹੋਰ ਐਡੀਸ਼ਨਲ ਇਸ਼ੂਜ਼ ਫੇਸ ਕਰਨੇ ਪੈਂਦੇ ਹੈ, ਜਿਵੇਂ ਕਿ ਵੋਕੇਸ਼ਨਲ ਟ੍ਰੇਨਿੰਗ ਨਹੀਂ ਮਿਲਦੀ, ਲੀਗਲ ਏਡ ਨਹੀਂ ਮਿਲਦੀ, ਮੈਂਸਟਰਲ ਹਾਈਜੀਨ ਪ੍ਰੋਡਕਟਸ ਨਹੀਂ ਮਿਲਦੇ, ਹੈ ਨਾ। ਵਿਮਨ ਪ੍ਰਿਜ਼ਨਰਸ ਆਰ ਫੇਸਿੰਗ ਐਡੀਸ਼ਨਲ ਇਸ਼ੂਜ਼। ਐਂਡ ਫਾਈਨਲੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਵੀ ਪ੍ਰਿਜ਼ਨਸ 'ਚ ਕਾਫੀ ਦੇਖੀ ਜਾਂਦੀ ਹੈ। ਠੀਕ ਹੈ ਜੀ, ਇਹ ਕਾਸਟ ਬੇਸ ਤੁਸੀਂ ਕਾਫੀ ਸੀਰੀਜ਼ ਅੱਜ ਕੱਲ੍ਹ ਆ ਰਹੀਆਂ, ਖਾਕੀ ਦੇਖਿਆ ਹੋਵੇ ਤੁਸੀਂ, ਪਾਤਾਲ ਲੋਕ ਦੇਖਿਆ ਹੋਵੇ, ਪ੍ਰਿਜ਼ਨਸ ਦੇ ਇਸ਼ੂਜ਼ ਇਹਨਾਂ ਸੀਰੀਜ਼ ਵਿੱਚ ਕਾਫੀ ਹਾਈਲਾਈਟ ਕੀਤੇ ਗਏ ਹੈ। ਕ੍ਰਿਮੀਨਲ ਜਸਟਿਸ ਵਾਲੀ ਸੀਰੀਜ਼ ਵਿੱਚ ਵੀ ਰਿਪਰੈਜ਼ੈਂਟ ਕੀਤੇ ਗਏ ਨੇ। ਠੀਕ ਹੈ, ਤਾਂ ਤੁਸੀਂ ਇਹ ਜੀ ਸੀਰੀਜ਼ ਦੇ ਸਕਦੇ ਹੋ ਫ੍ਰੀ ਟਾਈਮ 'ਚ, ਤੁਹਾਡਾ ਐਂਟਰਟੇਨਮੈਂਟ ਵੀ ਹੁੰਦਾ ਅਤੇ ਕੰਟਰੀ ਦੇ ਸੋਸ਼ਲ ਇਸ਼ੂਜ਼ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ। ਠੀਕ ਹੈ, ਤਾਂ ਤੁਸੀਂ ਫਰੂਟਫੁਲੀ ਹੀ ਟਾਈਮ ਯੂਟੀਲਾਈਜ਼ ਕਰਦੇ ਹੋ। ਤਾਂ that is how you can learn and get information about these issues। ठीक है, नेक्स्ट इशू है 8 फेल टू यूटिलाइज एमपी लैड्स। एमपी लैड्स डिटेल विच मैं 15 दिसंबर की वीडियो विच डिस्कस कर चुकी। वॉट इज़ एमपी लैड्स, इस इशूज़ क्या है, इहदा इंपॉर्टेंस क्या है, एवरीथिंग। ठीक है, हुण नवा डाटा क्या आया है कि पंजाब विच जब स्टडी की गई तो देखा गया 8 डिस्ट्रिक्ट्स आर फॉलिंग शॉर्ट टू यूटिलाइज 80% ऑफ द फंड्स। 8 डिस्ट्रिक्ट विच 80% फंड जिहड़ा यूज़ ही नहीं होया एमपी लैड स्कीम के अंडर। ठीक है, स्कीम का मतलब ही क्या होया, अगर तुसी फंड ही नहीं यूज़ कर रहे, जलंधर च देखो 4.25 करोड़ यूज़ ही नहीं होया, राइट। बठिंडा, गुरदासपुर, पटियाला, वड्डे वड्डे डिस्ट्रिक्ट तुसी देखो जिन्होंने इन्ने डेवलपमेंटल इशूज़ ने, वो पैसा ही नहीं यूज़ कर पा रहे आपकी डेवलपमेंट वास्ते। ठीक है, इसलिए काफ़ी कंसर्निंग डाटा है। ईवन जब रैंकिंग स्टेट्स की बनाई गई, पंजाब 9th ते आया, मतलब अच्छा डेवलपमेंट ते काम कर रहे ने ये। ते पंजाब दे पड़ोसी देश हरियाणा, HP, ये भी 12-15 रैंक इस तरीके नाल है। ठीक है, इंपॉर्टेंट डाटा है। एमपी लैड्स दे नोट्स विच जिहड़े तुसी दिसंबर च बनाए सी उस च ही ऐड करके रखो। यही तुसी डाटा आपदी आर्गूमेंट्स नू सबसटैंशिएट करन लई यूज़ करोगे तो काफ़ी अच्छे नंबर मिलते हैं। ये नाल ही 2-2, 3-3 नंबरां दा फर्क पैंदा है, जो तुहानू या तो PCS दे अंदर बिठाएगा या बाहर। ठीक है जी, तो ये सब चीज़ां ते ध्यान रखना है। ये बहुत ही इंपॉर्टेंट आर्गूमेंट्स है, स्पैशली तुहाडा जब कॉम्पीटिशन UPSC वाले बच्चों नाल है, उन्हां लई तां ये सब डाटा बहुत ही क्रूशल हुंदा है। तां तुसी भी वो एज रखो आपदे आंसर्स च, ये डाटा याद करके। ठीक है जी, अगर तुसी डेडिकेटेडली मतलब पंजाब PCS लई ही प्रिपेयर कर रहे हो, राइट। दैन स्कूल्स ऑफ एमिनेंस स्कीम बहुत ही इंपॉर्टेंट स्कीम है पंजाब गवर्नमेंट की। 200 करोड़ रुपए का बजट एलोकेट किया गया है। फोकस क्या है, 117 स्कूल्स ऑफ एमिनेंस बनाने हैं 23 डिस्ट्रिक्ट्स च पंजाब दे। ठीक है, 23 डिस्ट्रिक्ट्स किहड़े ने, 22 डिस्ट्रिक्ट ऑलरेडी सी पंजाब च, एक नवा डिस्ट्रिक्ट पिछले साल ही बनया है। तुसी कमेंट्स च दसोगे कि ये डिस्ट्रिक्ट किहड़ा है। आई विल जस्ट गिव यू अ हिंट, M तो इहदा नाम शुरू हुंदा है। ठीक है, तो देखो गवर्नमेंट स्कूल्स नाल तुसी देखो, अगर तुसी गवर्नमेंट स्कूल्स दे बारे सोचो, यू विल यूजुअली रिलेट गवर्नमेंट स्कूल्स टू इनएफिशिएंसी, पुअर क्वालिटी, पुअर इंफ्रास्ट्रक्चर, नो एक्स्ट्रा करिकुलर एक्टिविटीज़, है ना। तो इस ही गवर्नमेंट स्कूल्स की इसी कंडीशन नू चेंज करन लई यह स्कूल्स ऑफ एमिनेंस स्कीम बनाई गई है, जो कि 5 पिलर्स से वर्क करूगी। गवर्नमेंट स्कूल्स का इंफ्रास्ट्रक्चर इंप्रूव करन ते, अकैडमिक्स च परफॉर्मेंस क्वालिटी ਵਧਾਉਣ ਲਈ, टीचर्स वगैरह की टीचिंग क्वालिटी ਵਧਾਉਣ ਲਈ, स्पोर्ट्स च बच्चों ਨੂੰ इन्वॉल्व करन दी, स्पोर्ट कॉम्पीटिशनस च लैन जान दी, कम्यूनिटी नाल एंगेजमेंट करना, पेरेंट्स ਨੂੰ इन्वॉल्व करना, पंचायत्स ਨੂੰ इन्वॉल्व करना, बच्चों ਨੂੰ अवेयरनेस क्रिएट करनी कम्यूनिटी प्रॉब्लम्स दी, ये सब ते फोकस किया जाएगा। ह्यूमन रिसोर्स मैनेजमेंट, टीचर्स, प्रिंसीपल, स्टाफ की ट्रेनिंग ते भी फोकस किया जाएगा। ठीक है, इनू तुसी याद करन लई ये निमोनिक याद कर सकते हो, CSHIA, कम्यूनिटी मैनेजमेंट, स्पोर्ट्स, ह्यूमन रिसोर्स मैनेजमेंट, इंफ्रास्ट्रक्चर, अकैडमिक्स। बहुत इंपॉर्टेंट है स्कीम है, याद रखो। एजुकेशन नाल रिलेटेड मेन्स च आंसर आन, ऐसे आन, तुसी सारे किते ही यूज़ कर सकते हो। काफ़ी अच्छी स्कीम है। ਇਹਦੇ ਨਾਲ देखो पंजाब गवर्नमेंट ने एक और इनिशिएटिव लिता है। टीचर्स ਜਿਹੜੇ ਹੈਗੇ ਉਹ बहुत इंपॉर्टेंट होंगे, नेशन बिल्डर्स की तरह होंगे है। तो उन्हों की ट्रेनिंग ਲਈ पंजाब ने 36 टीचर्स ਨੂੰ सिंगापुर च ट्रेनिंग ਲਈ भेजा है। ठीक है, अगेन इंपॉर्टेंट इनिशिएटिव। ठीक है, नैक्सट आ गया अपना ऑपरेशन ईगल। ਹੁਣ डिसंबर की जिन्हें मेरी डिस्कशन सुनी है उन्होंने ऑलरेडी ऑपरेशन ईगल बारे पता होगा, ये ਉਹਦਾ ही सैकेंड आइटरेशन है। ठीक है जी, तो इस क्या करना चाह रही है, पंजाब पुलिस द्वारा लॉन्च किया गया है। पंजाब च जिन्ने भी क्रिमिनल ते एंटी सोशल एलीमेंट्स है,
ਉਹਨਾਂ ਨੂੰ ਫੜਨ ਲਈ। ਠੀਕ ਹੈ, ਸਰਪ੍ਰਾਈਜ਼ 1 ਡੇ ਆਪਰੇਸ਼ਨ ਹੈ, ਕੋਈ ਲੰਬਾ ਆਪਰੇਸ਼ਨ ਨਹੀਂ ਹੈ। ਜਿੱਥੇ ਜਿੱਥੇ ਜਿਵੇਂ ਕਿ ਰੇਲਵੇਜ਼, ਬੱਸ ਸਟੈਂਡਸ ਜਾਂ ਅਦਰ ਗ੍ਰੇ ਜ਼ੋਨਸ 'ਚ ਜਿੰਨੇ ਵੀ ਸਸਪੈਕਟਡ ਕ੍ਰਿਮੀਨਲਸ ਹੈ ਉਹਨਾਂ ਨੂੰ ਫੜਨ ਲਈ ਨਾਕਾਜ਼, ਰੇਡਸ, ਇਹ ਸਭ ਕੀਤਾ ਜਾਵੇਗਾ। ਹੋਟਲ, ਸਰਾਈਜ਼, ਇਹ ਜੀ ਸਸਪੀਸ਼ੀਅਸ ਲੋਕਾਂ ਨੂੰ ਫੜਨ ਲਈ, ਸਪੈਸ਼ਲੀ ਕਿਉਂਕਿ 26 ਜਨਵਰੀ ਆ ਰਹੀ ਹੈ, ਰਿਪਬਲਿਕ ਡੇ ਆ ਰਿਹਾ ਹੈ, ਤਾਂ ਹੁਣ ਇਹ ਪ੍ਰੈਜ਼ੈਂਟਲੀ ਪੰਜਾਬ ਗਵਰਨਮੈਂਟ ਨੇ ਇਸੀ ਲਈ ਅੰਡਰਟੇਕ ਕੀਤੀ ਹੈ ਇਹ ਆਪਰੇਸ਼ਨ ਈਗਲ। ਤੁਹਾਨੂੰ ਆਪਰੇਸ਼ਨ ਈਗਲ ਤੇ ਕੁਐਸਚਨ ਆ ਸਕਦਾ ਹੈ, ਤਾਂ ਬੇਸਿਕ ਯਾਦ ਰੱਖੋ। ਰਾਈਟ, ਹੁਣ PM ਕਿਸਾਨ ਸਕੀਮ ਕਰਦੇ हैं, 2019 ਵਿੱਚ ਲਾਂਚ ਹੋਈ ਹੈ। ਫੁੱਲ ਫਾਰਮ क्या है? ਪ੍ਰਧਾਨ ਮੰਤਰੀ ਕਿਸਾਨ सम्मान निधि ਸਕੀਮ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਸਾਰੀ ਇਨਫੋਰਮੇਸ਼ਨ ਯਾਦ ਕਰਨ ਦੀ ਕੋਸ਼ਿਸ਼ ਕਰੋ। ਟੋਟਲ 6000 ਰੁਪਇਆ ਇਹਦੇ ਅੰਡਰ ਪ੍ਰਤੀ ਸਾਲ ਹਰ ਕਿਸਾਨ ਨੂੰ ਦਿੱਤਾ ਜਾਏਗਾ, ਹਰ ਫਾਰਮਰ ਨੂੰ ਦਿੱਤਾ ਜਾਏਗਾ। 3 ਇੰਸਟਾਲਮੈਂਟਸ ਵਿੱਚ, ਇਕੱਠਾ 6000 ਨਹੀਂ ਦਿੱਤਾ ਜਾਊਗਾ, 2000 ਦੀਆਂ 3 ਇੰਸਟਾਲਮੈਂਟਸ ਵਿੱਚ ਸਾਲ ਵਿੱਚ 3 ਵਾਰ ਦਿੱਤਾ ਜਾਵੇਗਾ। ਠੀਕ ਹੈ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਥਰੂ ਫਾਰਮਰ ਦੇ ਅਕਾਊਂਟ ਵਿੱਚ ਸਿੱਧਾ ਪਾ ਦਿੱਤਾ ਜਾਵੇਗਾ, ਕੋਈ ਕੈਸ਼ ਜਾਂ ਕੋਈ ਮਿਡਲ ਮੈਨ ਨਹੀਂ ਹੋਵੇਗਾ। ਕਰਪਸ਼ਨ ਘਟਾਉਣ ਲਈ ਇਹ ਸਟੈਪ ਲਿੱਤਾ ਗਿਆ ਹੈ। ਠੀਕ ਹੈ, ਇਰਰਿਸਪੈਕਟਿਵ ਆਫ ਲੈਂਡ ਹੋਲਡਿੰਗ, ਮਤਲਬ ਹਰ ਫਾਰਮਰ ਨੂੰ ਦਿੱਤਾ ਜਾਏਗਾ, ਵੱਡਾ ਛੋਟਾ ਕਹਿ ਜਾ ਵੀ ਫਾਰਮਰ ਹੋ। ਇਹ ਇਸੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਨਹੀਂ ਤਾਂ ਫਿਰ ਬੈਨੀਫੀਸ਼ਰੀਜ਼ ਆਇਡੈਂਟੀਫਾਈ ਕਰਨ 'ਚ ਕਾਫੀ ਇਸ਼ੂ ਆ ਜਾਂਦਾ ਹੈ ਕਿ ਕਿਹਨੂੰ ਦਿੱਤਾ ਜਾਵੇ, ਕਿਹਨੂੰ ਐਕਸਕਲੂਡ ਕੀਤਾ ਜਾਵੇ। ਇਸੇ ਲਈ ਇਹ ਵਿਦਆਊਟ ਫਾਰਮ ਹੋਲਡਿੰਗਸ ਦਾ ਡਿਸਟਿੰਕਸ਼ਨ ਕੀਤੇ ਗਏ ਦਿੱਤਾ ਜਾਵੇਗਾ। ਹੁਣ ਟੋਟਲ ਬੈਨੀਫੀਸ਼ਰੀਜ਼ 110 ਮਿਲੀਅਨ ਹੋ ਚੁੱਕੇ ਨੇ। ਸਟਾਰਟਿੰਗ ਵਿੱਚ ਸਿਰਫ 31 ਮਿਲੀਅਨ ਸੀ, ਹੁਣ 110 ਮਿਲੀਅਨ ਹੋ ਚੁੱਕੇ ਨੇ। 100% ਫੰਡਿੰਗ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੁਆਰਾ ਆ ਰਹੀ ਹੈ, ਤਾਂ ਇਹ ਸੈਂਟਰਲ ਸੈਕਟਰ ਸਕੀਮ ਵੀ ਕਹਿਲਾਈ ਜਾ ਰਹੀ ਹੈ। ਠੀਕ ਹੈ ਜੀ, ਜਿਵੇਂ ਵੇਰੀਅਸ ਸਕੀਮ 'ਚ ਨਾ ਸਟੇਟਸ ਦਾ ਵੀ ਸ਼ੇਅਰ ਹੋ ਸਕਦਾ ਹੈ, ਤਾਂ ਉਹਨੂੰ ਸੈਂਟਰਲੀ ਸਪੋਂਸਰਡ ਸਕੀਮਸ ਕਹਿੰਦੇ ਨੇ। ਇਹ ਪੂਰੀ 100% ਸੈਂਟਰ ਦੁਆਰਾ ਹੈ, ਇਸ ਲਈ ਸੈਂਟਰ ਸੈਕਟਰ ਸਕੀਮ। ਮਿਨਿਸਟਰੀ ਆਫ ਐਗਰੀਕਲਚਰ ਇਹਨੂੰ ਸੁਪਰਵਾਈਜ਼ ਕਰ ਰਹੀ ਹੈ। ਹੁਣ ਇੱਕ PM ਕਿਸਾਨ ਨੂੰ ਆਪਰੇਟ ਕਰਨ ਲਈ ਇੱਕ ਮੋਬਾਈਲ ਐਪ ਵੀ ਬਣਾਈ ਗਈ ਹੈ, ਜਿੱਤੇ ਕਿਸਾਨ ਸਾਰਾ ਆਪਣਾ ਅਪਡੇਟ ਦੇਖ ਸਕਦਾ ਹੈ PM ਕਿਸਾਨ ਦੀ ਸਕੀਮ ਦੇ ਨਾਲ ਰਿਲੇਟਡ, ਕਿ ਕਿੰਨੀ ਇੰਸਟਾਲਮੈਂਟਸ ਆ ਗਈਆਂ ਹੈ, ਕਿੰਨੀ ਪੈਂਡਿੰਗ ਹੈ, ਕਦ ਤੱਕ ਆਉਣਗੀਆਂ, ਸਾਰੀ ਡਿਟੇਲਸ ਦੇਖਣ ਲਈ ਇਹ ਇੱਕ ਐਪ ਬਣਾਈ ਗਈ ਹੈ। ਇਹਨੂੰ ਕਿਸਨੇ ਬਣਾਇਆ ਹੈ? ਆਪਣੀ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦੀ ਕੰਪਨੀ ਨੈਸ਼ਨਲ ਇਨਫੋਰਮੈਟਿਕ ਸੈਂਟਰ ਨੇ। ਠੀਕ ਹੈ ਜੀ, ਇਹ ਸਾਰੀ ਫੈਕਚੁਅਲ ਇਨਫੋਰਮੇਸ਼ਨ ਪ੍ਰੀ ਲਈ ਬਹੁਤ ਇੰਪੋਰਟੈਂਟ ਹੈ। ਮੇਨਸ 'ਚ ਵੀ ਆਨਸਰ ਸ਼ੁਰੂ ਕਰਦੇ ਹੋਏ ਇੰਟਰੋਡਕਸ਼ਨ 'ਚ ਤੁਸੀਂ ਇਹ ਡਿਟੇਲਸ ਦੇ ਸਕਦੇ ਹੋ। ਇੰਟਰੋਡਕਸ਼ਨ ਕਾਫੀ ਅੱਛੀ ਹੁੰਦੀ ਹੈ GS3 ਦੇ ਆਨਸਰਸ ਲਈ, ਇਕੋਨਮੀ ਦੇ ਆਨਸਰਸ ਲਈ ਫੈਕਚੁਅਲ ਡਿਟੇਲ ਨਾਲ ਸਟਾਰਟ ਕਰਨਾ। ਰਾਈਟ, ਤਾਂ ਇਸੇ ਲਈ ਸਾਰੀ ਡਿਟੇਲ ਲਿਖ ਕੇ ਰੱਖੋ ਤੇ ਯਾਦ ਕਰੋ। ਤੇ ਤੁਹਾਨੂੰ ਜਦ ਨੋਟਸ ਬਣਾਉਣੇ ਆ ਨਾ, ਤਾਂ ਇੰਨੀਆਂ ਲੰਬੀਆਂ ਸੈਂਟੈਂਸਸ ਨਹੀਂ ਲਿਖਣੀਆਂ। ਠੀਕ ਹੈ, ਆਹਾ ਹੈ ਵਾਟ ਇਜ਼ ਯੋਰ ਨੋਟਸ ਸ਼ੁੱਡ ਲੁੱਕ ਲਾਈਕ। ਠੀਕ ਹੈ, ਨਹੀਂ ਤਾਂ ਫਿਰ ਤੁਹਾਡੇ ਕੋਲ ਗ੍ਰੰਥ ਬਣ ਜਾਣ ਨੋਟਾਂ ਦੇ। ਠੀਕ ਹੈ, ਇੱਥੇ ਇਹੀ ਮੈਂ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਵੇਂ ਨੋਟਸ ਬਣਾਉਣੇ ਹੈ, ਕਿਆ ਇੰਪੋਰਟੈਂਟ ਹੈ, ਕਿਆ ਲਰਨ ਕਰਨਾ ਹੈ। ਰਾਈਟ, ਇਹ ਸਭ ਕਰੋ, ਨਾਲ ਰਿਵਾਈਜ਼ ਕਰਦੇ ਰਹੋ, ਬਸ ਤੁਹਾਡਾ ਪੇਪਰ ਹੋਣਾ ਤਾਂ ਪੱਕਾ ਹੀ ਹੈ। ਰਾਈਟ, ਹੁਣ ਇਹ ਦੇਖੋ, ਇਹ ਸਕੀਮ ਦਾ ਇੰਪੈਕਟ ਅਸੈਸਮੈਂਟ 'ਤੇ ਵੀ ਡਾਟਾ ਆਇਆ ਹੈ। ਇੰਟਰਨੈਸ਼ਨਲ ਫੂਡ ਪੋਲਿਸੀ ਰਿਸਰਚ ਇੰਸਟੀਟਿਊਟ ਨੇ ਜਦ ਸਟੱਡੀ ਕੀਤੀ PM ਕਿਸਾਨ ਦੀ, ਤਾਂ ਪਾਇਆ ਗਿਆ ਕਿ ਇਹ ਕਾਫੀ ਕਿਸਾਨਾਂ ਨੂੰ ਹੈਲਪ ਕਰ ਰਹੀ ਹੈ। ਛੋਟੇ ਮੋਟੇ ਜਿਹੜੀ ਪੈਸੇ ਦੀ ਨੀਡਸ ਹੁੰਦੀਆਂ ਇਹ ਉਹਨੂੰ ਫੁੱਲਫਿਲ ਕਰਨ ਲਈ ਇਹ ਕਾਫੀ ਹੈਲਪ ਆ ਰਹੀ ਹੈ। ਕਿਸਾਨ ਦੇ ਐਜੂਕੇਸ਼ਨ, ਬੱਚਿਆਂ ਦੀ ਐਜੂਕੇਸ਼ਨ ਲਈ ਥੋੜ੍ਹਾ ਬਹੁਤ ਪੈਸਾ ਚਾਹੀਦਾ ਹੈ, ਉਸ 'ਚ ਕੰਮ ਆ ਰਹੀ ਹੈ। ਹੈਲਥ ਨੀਡਸ ਲਈ ਕੰਮ ਆ ਰਹੀ ਹੈ। ਡੇਲੀ ਕੰਜ਼ੰਪਸ਼ਨ ਦਾ ਕੁਝ ਸਮਾਨ ਖਰੀਦਣਾ ਹੈ, ਉਸ 'ਚ ਕੰਮ ਆ ਰਹੀ ਹੈ। ਐਗਰੀਕਲਚਰਲ ਇਨਪੁਟਸ, ਪੈਸਟੀਸਾਈਡ, ਫਰਟੀਲਾਈਜ਼ਰਸ ਵਗੈਰਾ ਲੈਣੇ ਹੈ, ਤਾਂ ਉਸ 'ਚ ਵੀ ਕੰਮ ਆ ਰਹੀ ਹੈ। ਤਾਂ ਮਤਲਬ ਓਵਰਆਲ ਇਹ ਕਾਫੀ ਇਫੈਕਟਿਵ ਪ੍ਰੂਵ ਹੋ ਰਹੀ ਹੈ। ਜੇ ਇਹਦਾ ਕ੍ਰਿਟੀਕਲ ਐਨਾਲਿਸਿਸ ਆਵੇ ਤਾਂ ਤੁਸੀਂ ਇਹ ਡਾਟਾ ਜਿਹੜਾ ਹੈ ਸਕੀਮ ਵਿੱਚ ਲਿਖ ਕੇ ਆ ਸਕਦੇ ਹੋ, ਇਸ ਲਈ ਇਹਨੂੰ ਲਿਖ ਕੇ ਰੱਖੋ ਇਫਪਰੀ ਦੇ ਨਾਮ ਦੇ ਨਾਲ। ਠੀਕ ਹੈ ਜੀ, ਨੈਕਸਟ ਟੌਪਿਕ, ਐਨੂਅਲ ਕਾਨਫਰੰਸ ਹੋਈ ਹੈ DGP IGPs ਦੀ, ਹਰ ਸਾਲ ਹੁੰਦੀ ਹੈ। ਐਨੂਅਲ ਮੈਟਰ ਹੈ ਇੰਡੀਆ ਦੀ ਸਿਕਿਉਰਿਟੀ ਇਸ਼ੂਜ਼ ਨੂੰ ਡਿਸਕਸ ਕਰਨਾ ਤੇ ਉਹਨਾਂ ਵਿੱਚ ਸੋਲਿਊਸ਼ਨਸ ਪ੍ਰੋਵਾਈਡ ਕਰਨਾ। ਤੇ ਇਸ ਵਾਰ ਖਾਲਿਸਤਾਨ ਦਾ ਇਸ਼ੂ ਜੋ ਪਾਕਿਸਤਾਨ ਪੰਜਾਬ ਵਿੱਚ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮੇਨ ਇਸ਼ੂ ਆਫ ਡਿਸਕਸ਼ਨ ਰਿਹਾ ਹੈ ਨਾ। ਇਹ ਕਿਉਂ ਉੱਠ ਕੇ ਆਇਆ ਹੈ? ਦੇਖੋ, BSF ਜਿਹੜੀ ਹੈ ਇੰਡੋ ਪਾਕ ਬਾਰਡਰ ਜਿਹੜਾ ਆਪਣਾ ਗਾਰਡ ਕਰਦੀ ਹੈ। 553 ਕਿਲੋਮੀਟਰ ਲੌਂਗ ਬਾਰਡਰ ਹੈ ਆਪਣਾ ਇੰਡੋ ਪਾਕਿਸਤਾਨ, ਤੇ ਇਸ ਤੇ ਇਨਕਰੀਜ਼ਿੰਗ ਐਕਟੀਵਿਟੀ BSF ਦੁਆਰਾ ਦੇਖੀ ਗਈ ਹੈ ਕਿ ਪਾਕ ਜਿਹੜਾ ਹੈ ਡਰੋਨਸ ਜ਼ਿਆਦਾ ਤੋਂ ਜ਼ਿਆਦਾ ਸੈਂਡ ਕਰ ਰਿਹਾ ਹੈ, ਹੀਰੋਇਨ ਡਰੱਗ ਸਿੱਟਣ ਲਈ, ਵੈਪਨਸ ਸਿੱਟਣ ਲਈ, ਅਦਰ ਇਲੀਗਲ ਮੈਟਰ ਜਿਹੜਾ ਹੈ ਮਟੀਰੀਅਲ ਜਿਹੜਾ ਹੈ ਸਿੱਟਣ ਲਈ। ਠੀਕ ਹੈ,
ਦਾ ਪਾਕਿਸਤਾਨ ਦਾ ਹਮੇਸ਼ਾ ਹੀ ਮੋਟਿਵ ਰਿਹਾ ਹੈ ਕਿ ਡਰੱਗਸ ਪ੍ਰਮੋਟ ਕਰਕੇ, ਡਰੱਗ ਐਡਿਕਸ਼ਨ, ਖਾਲਿਸਤਾਨ ਪ੍ਰਮੋਟ ਕਰਕੇ ਪੰਜਾਬ ਵਿੱਚ ਵੰਡ ਪਾਈ ਜਾਵੇ ਤੇ ਇੰਡੀਆ ਨੂੰ ਡੀਸਟੇਬਲਾਈਜ਼ ਕੀਤਾ ਜਾਵੇ। ਤਾਂ ਇਸੇ ਲਈ ਇਹਦੇ ਸੋਲਿਊਸ਼ਨਸ ਲੱਭਣਾ ਬਹੁਤ ਜ਼ਰੂਰੀ ਹੈ, ਜਿਹਦੇ ਲਈ ਇਹ ਪ੍ਰਪੋਜ਼ਲਸ ਇਸ ਮੀਟਿੰਗ ਵਿੱਚ ਆਈਆਂ ਹੈ ਸਾਹਮਣੇ। ਰਾਈਟ, ਹੁਣ ਇਹ ਪ੍ਰਪੋਜ਼ਲਸ ਕਿਆ ਕਹਿ ਰਹੀਆਂ ਨੇ? ਵੈਪਨਸ ਕੰਟਰੋਲ ਤੇ ਫੋਕਸ ਕਰਨਾ ਹੈ। ਪੰਜਾਬ ਵਿੱਚ ਬਹੁਤ ਵੈਪਨ ਕਲਚਰ, ਗੈਂਗਸਟਰ ਕਲਚਰ ਵੱਧ ਰਿਹਾ ਹੈ, ਤਾਂ ਇਹ ਡੀਸਟੇਬਲਾਈਜ਼ ਕਰ ਸਕਦਾ ਹੈ, ਸਿਕਿਉਰਿਟੀ ਥ੍ਰੈਟ ਦੀ ਤਰ੍ਹਾਂ ਇਮਰਜ ਹੋ ਸਕਦਾ ਹੈ, ਤਾਂ ਇਸੇ ਲਈ ਵੈਪਨਸ ਕੰਟਰੋਲ ਤੇ ਫੋਕਸ ਕਰੋ। ਡਰੋਨਸ ਜਿਹੜੇ ਮੇਜਰ ਸੋਰਸ ਹੈ ਡਰੱਗਸ ਆਮ ਦਾ, ਵੈਪਨਸ ਆਮ ਦਾ, ਇਹਨਾਂ ਨੂੰ ਆਪਾਂ ਟਰੈਕ ਡਾਊਨ ਕਰਨਾ ਹੈ, ਕੰਟਰੋਲ ਕਰਨਾ ਹੈ। ਜੈਮਿੰਗ ਟੈਕਨੋਲੋਜੀ ਜਾਂ ਅਦਰ ਟਾਈਪ ਆਫ ਟੈਕਨੋਲੋਜੀ ਯੂਜ਼ ਕਰਨੀ ਹੈ ਤਾਂ ਕਿ ਡਰੋਨਸ ਨੂੰ ਕੰਟਰੋਲ ਕੀਤਾ ਜਾ ਸਕੇ। ਥਰਡ, ਸਾਈਬਰ ਸਪੇਸ ਬਹੁਤ, ਸਾਈਬਰ ਹੀ ਦੇਖੋ ਇੰਟਰਨੈਟ ਹੀ ਯੂਜ਼ ਹੁੰਦਾ ਹੈ ਲੋਕਾਂ ਵਿੱਚ ਫੁੱਟ ਪਵਾਉਣ ਦਾ। ਤੁਹਾਨੂੰ ਗਲਤ ਫੋਟੋਜ਼ ਦਿਖਾਈ ਜਾਣਗੀ, ਮੌਫ ਕਰਕੇ ਫੋਟੋਜ਼, ਵੀਡੀਓਜ਼, ਇਹ ਸਭ ਦਿਖਾਇਆ ਜਾਂਦਾ ਹੈ ਕਿ ਪੰਜਾਬ ਦੇ ਯੂਥ ਵਿੱਚ ਡਿਵਾਈਡ ਕ੍ਰੀਏਟ ਕੀਤੇ ਜਾਣ। ਤਾਂ ਸਾਈਬਰ ਸਪੇਸ ਨੂੰ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਫੰਡਿੰਗ ਜਿਹੜੀ ਕਿ ਇਹਨਾਂ ਇਲੀਗਲ ਐਕਟੀਵਿਟੀਜ਼ ਲਈ ਯੂਜ਼ ਹੋ ਰਹੀ ਹੈ, ਉਹਨੂੰ ਕੰਟਰੋਲ ਕਰਨਾ, ਕਰਬ ਕਰਨਾ ਜ਼ਰੂਰੀ ਹੈ। ਐਂਡ ਫਾਈਨਲੀ ਜੇਲ ਰਿਫਾਰਮਸ। ਠੀਕ ਹੈ, ਪ੍ਰਿਜ਼ਨ ਦੇ ਆਪਾਂ ਇੰਨੇ ਸਾਰੇ ਇਸ਼ੂ ਦੇਖੇ। ਪ੍ਰਿਜ਼ਨ ਦਾ ਇੱਕ ਹੋਰ ਇਸ਼ੂ ਕਿਆ ਹੈ? ਪ੍ਰਿਜ਼ਨਸ ਦੇ ਵਿੱਚ ਕ੍ਰਿਮੀਨਲਸ ਬੈਠੇ, ਬਾਹਰ ਸਭ ਆਪਦਾ ਕ੍ਰਿਮੀਨਲ ਐਕਟੀਵਿਟੀ ਆਪਰੇਟ ਕਰਦੇ ਰਹਿੰਦੇ ਹੈ, ਤਾਂ ਇਸੇ ਲਈ ਜੇਲ ਰਿਫਾਰਮਸ ਬਹੁਤ ਜ਼ਰੂਰੀ ਹੈ ਤਾਂ ਕਿ ਕ੍ਰਿਮੀਨਲਸ ਨੂੰ ਅੱਛੇ ਤਰੀਕੇ ਨਾਲ ਕੰਟਰੋਲ ਵਿੱਚ ਰੱਖਿਆ ਜਾ ਸਕੇ। ਠੀਕ ਹੈ, ਆ ਸਾਰੇ ਸੁਜੈਸ਼ਨਸ ਲਿਖੇ ਰੱਖੋ, ਸਿਕਿਉਰਿਟੀ ਦੇ ਪਾਰਟ ਵਿੱਚ ਕਾਫੀ ਤੁਹਾਨੂੰ ਕੰਮ ਆਉਣਗੇ। ਰਾਈਟ, ਐਸੇ ਵੀ ਆ ਸਕਦਾ ਹੈ, ਉੱਥੇ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਠੀਕ ਹੈ, ਇੰਟਰਾਨੇਜ਼ਲ ਕੋਵਿਡ ਇੰਕੋਵੈਕ ਵੈਕਸੀਨ, ਇਹ ਵੀ ਇੰਪੋਰਟੈਂਟ ਇਸ਼ੂ ਹੈ। 24th ਦੀ ਡਿਸਕਸ਼ਨ 'ਚ ਮੈਂ ਇਹਨੂੰ ਡਿਟੇਲ ਵਿੱਚ ਡਿਸਕਸ ਕੀਤਾ ਹੈ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ, ਮੈਂ ਲਿੰਕ ਪ੍ਰੋਵਾਈਡ ਕਰ ਦੂੰਗੀ। ਰਾਈਟ, ਫਾਈਨਲ ਇਸ਼ੂ ਹੈ ਆਪਣਾ ਇਜਿਪਸ਼ੀਅਨ ਪ੍ਰੈਜ਼ੀਡੈਂਟ। ਤੁਹਾਨੂੰ ਪਤਾ ਹੈ 26 ਜਨਵਰੀ ਆ ਰਹੀ ਹੈ। 26 ਜਨਵਰੀ ਤੇ ਇਜਿਪਟ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਆਪਣੇ ਚੀਫ ਗੈਸਟ ਨੇ। ਇਹਨਾਂ ਦੀ ਆਰਮੀ ਵੀ ਆਪਣੇ ਰਿਪਬਲਿਕ ਡੇ ਤੇ ਪਰੇਡ ਕਰੇਗੀ। ਠੀਕ ਹੈ, ਕੁਛ ਹੀ ਫਿਊ ਇਹ ਜੀ 4 ਹੀ ਕੰਟਰੀਜ਼ ਹੈ ਜਿਨ੍ਹਾਂ ਨੇ ਆਪਣੇ ਰਿਪਬਲਿਕ ਡੇ ਤੇ ਪਰੇਡ ਕੀਤੀ ਹੈ, ਜਿਵੇਂ ਕਿ ਆਪਣੇ ਬਾਂਗਲਾਦੇਸ਼ ਨਾਲ ਰਿਲੇਸ਼ਨਸ ਅੱਛੇ ਹੈ, ਫਰਾਂਸ, ਇਹ ਕੰਟਰੀਜ਼ ਨੇ ਪਰੇਡ ਕੀਤੀ ਹੈ ਤੇ ਹੁਣ ਇਜਿਪਟ ਵੀ ਕਰਨ ਵਾਲੀ ਹੈ। ਤਾਂ ਇਜਿਪਟ ਨੇ ਰੈਸੀਪ੍ਰੋਕੇਟ ਕੀਤਾ ਹੈ, ਇਹਨਾਂ ਨੇ ਵੀ ਇੰਡੀਅਨ ਆਰਮੀ ਨੂੰ ਐਕਸਰਸਾਈਜ਼ ਬ੍ਰਾਈਟ ਸਟਾਰ ਲਈ ਬੁਲਾਇਆ ਹੈ, ਜਿਸ 'ਚ ਇਜਿਪਟ, USA ਇਨਵੋਲਡ ਹੈ ਤੇ ਹੁਣ ਇੰਡੀਆ ਨੂੰ ਵੀ ਇਨਵਾਈਟ ਕੀਤਾ ਗਿਆ। ਸੈਪਟੈਂਬਰ 'ਚ ਐਕਸਰਸਾਈਜ਼ ਹੋਣੀ ਹੈ। ਠੀਕ ਹੈ, ਹੁਣ ਇੰਡੀਆ ਇਜਿਪਟ ਰਿਲੇਸ਼ਨਸ ਦੇਖ ਲੈਂਦੇ ਹੈ। ਇੰਡੀਆ ਇਜਿਪਟ ਦੇ ਰਿਲੇਸ਼ਨਸ ਜਿਹੜੇ ਕਾਫੀ ਅੱਛੇ ਰਹੇ ਹੈ। ਵੀ ਹੈਵ ਸ਼ੇਅਰਡ ਵੈਲਿਊਜ਼, ਜਿਵੇਂ ਕਿ ਇੱਕ ਐਗਜ਼ਾਮਪਲ ਹੈ ਨਾਮ। ਦੋਨੋਂ ਹੀ ਕੰਟਰੀਜ਼ ਨਾਮ ਦੀਆਂ ਫਾਊਂਡਿੰਗ ਮੈਂਬਰਸ ਹੈ। ਦੋਨੋਂ ਹੀ ਕੰਟਰੀਜ਼ ਇੰਪੀਰੀਅਲਿਜ਼ਮ ਨੂੰ ਅਪੋਜ਼ ਕਰਦੀਆਂ ਰਹੀਆਂ ਹੈ, ਤਾਂ ਇਹ ਜੇ ਕਾਫੀ ਸ਼ੇਅਰਡ ਆਪਣੇ ਆਈਡੀਆਜ਼ ਨੇ। ਦੋਨੋਂ ਇਕਨੋਮਿਕ ਗਰੋਥ ਤੇ ਫੋਕਸ ਕਰ ਰਹੀਆਂ ਨੇ, ਦੋਨੋਂ ਹੀ ਡਿਫੈਂਸ ਤੇ ਸਿਕਿਉਰਿਟੀ ਵਿੱਚ ਕੋਲੈਬੋਰੇਟ ਕਰ ਰਹੀਆਂ ਨੇ। ਠੀਕ ਹੈ, ਇਸੇ ਲਈ ਇਹ ਕਾਮਨੈਲਿਟੀਜ਼ ਸਾਨੂੰ ਕੋਲੇ ਲਿਆਉਂਦੀਆਂ ਨੇ। ਸੈਕਿੰਡ, ਟ੍ਰੇਡ ਕਾਫੀ ਹਾਈ ਹੈ, 7.26 ਬਿਲੀਅਨ ਦਾ ਆਲਰੇਡੀ ਟ੍ਰੇਡ ਹੈ ਤੇ ਕਾਫੀ ਬੈਲੈਂਸਡ ਟ੍ਰੇਡ ਹੈ। ਠੀਕ ਹੈ, ਇੱਕ ਜਾਣੇ ਵੱਲ ਸਕਿਊਡ ਨਹੀਂ ਹੈ, ਬੈਲੈਂਸਡ ਟ੍ਰੇਡ ਹੈ। ਠੀਕ ਹੈ, ਇਜਿਪਟ ਜਿਹੜਾ ਹੈ ਇੰਡੀਆ ਲਈ ਇੰਪੋਰਟੈਂਟ ਗੇਟਵੇ ਦੀ ਤਰੀਕੇ ਨਾਲ ਐਕਟ ਕਰ ਸਕਦਾ ਹੈ। ਤੁਸੀਂ ਜਿਵੇਂ ਇਸ ਮੈਪ 'ਚ ਦੇਖੋ, ਦਿਸ ਇਜ਼ ਇੰਡੀਆ। ਠੀਕ ਹੈ, ਇੱਕ ਵਾਰ ਮੈਂ ਥੋੜਾ ਵੱਡਾ ਕਰ ਦਿੰਦੀ ਹਾਂ ਤੁਹਾਡੇ ਲਈ। ਦਿਸ ਇਜ਼ ਇੰਡੀਆ, ਦਿਸ ਇਜ਼ ਤੁਹਾਡਾ ਅਰੇਬੀਅਨ ਸੀ, ਇਹ ਇੰਡੀਅਨ ਓਸ਼ੀਅਨ ਹੈ। ਠੀਕ ਹੈ, ਦਿਸ ਇਜ਼ ਇਜਿਪਟ। ਰਾਈਟ, ਇਹ ਅਫਰੀਕਨ ਕੰਟੀਨੈਂਟ ਵਿੱਚ ਲੋਕੇਟਡ ਹੈ ਤੁਹਾਡਾ ਇਜਿਪਟ, ਇਹ ਯਾਦ ਰੱਖਣਾ ਹੈ। ਇਹ ਤੁਹਾਡਾ ਯੂਰਪ ਹੈ। ਠੀਕ ਹੈ, ਤਾਂ ਦੇਖੋ ਇੰਡੀਆ ਨੇ ਅਗਰ ਅਫਰੀਕਾ ਵਿੱਚ ਪਹੁੰਚਣਾ ਹੈ, ਇਜਿਪਟ ਐਜ਼ ਅ ਕੰਡੂਟ ਐਕਟ ਕਰ ਸਕਦਾ ਹੈ, ਤੇ ਯੂਰਪ ਜਾਣ ਲਈ ਵੀ ਤੁਸੀਂ ਸਵਿਸ ਮੈਡੀਟੇਰੀਅਨ ਵਾਲਾ ਰੂਟ ਲਓਗੇ। ਠੀਕ ਹੈ, ਤਾਂ ਇਸੇ ਲਈ ਗੇਟਵੇ ਦੀ ਤਰ੍ਹਾਂ ਐਕਟ ਕਰਦਾ ਹੈ ਇਵਨ ਅਰਬ ਵਰਲਡ ਵਿੱਚ ਪਹੁੰਚਣ ਲਈ। ਰਾਈਟ, ਇਸੇ ਲਈ ਇਜਿਪਟ ਜਿਹੜੀ ਹੈ ਕਾਫੀ ਇੰਪੋਰਟੈਂਟ ਕੰਟਰੀ ਹੈ। ਅਰਬ ਨਾਲ ਇਹਨਾਂ ਦੇ ਰਿਲੇਸ਼ਨਸ ਜਿਹੜੇ ਆ ਕਾਫੀ ਅੱਛੇ ਨੇ, ਤਾਂ ਇਸੇ ਲਈ ਆਪਾਂ ਨੂੰ ਹਰ ਏਰੀਆ ਨਾਲ ਕਨੈਕਟ ਕਰਨ ਲਈ ਇਹ ਸਪੋਰਟ ਕਰ ਸਕਦੇ ਨੇ। ਸਿਕਿਉਰਿਟੀ ਦੇ ਫੀਲਡ ਵਿੱਚ ਵੀ ਆਪਣੀ ਕੋਆਪਰੇਸ਼ਨ ਕਾਫੀ ਹਾਈ ਹੋ ਸਕਦੀ ਹੈ। ਦੋਨੋਂ ਹੀ ਟੈਰਰਿਜ਼ਮ ਫੇਸ ਕਰ ਰਹੇ, ਸਾਈਬਰ ਥ੍ਰੈਟਸ ਫੇਸ ਕਰ ਰਹੇ, ਤਾਂ ਅਸੀਂ ਇਸ ਏਰੀਆ 'ਚ ਵੀ ਕੋਲੈਬੋਰੇਟ ਕਰ ਸਕਦੇ ਹਾਂ। ਠੀਕ ਹੈ, ਤਾਂ ਹੁਣ ਆਹ ਬ੍ਰੌਡ ਮੈਪ ਦੇਖ ਲਓ ਇੱਕ ਵਾਰ। ਦਿਸ ਇਜ਼ ਇਜਿਪਟ ਲੋਕੇਟਡ ਇਨ ਅਫਰੀਕਾ, ਇਹਦੀ ਕੈਪੀਟਲ ਕਾਇਰੋ। ਇੱਧਰ ਇਹਦੇ ਮੈਡੀਟੇਰੀਅਨ ਸੀ ਹੈ ਨਾਰਥ ਵਿੱਚ, ਤੇ ਉਹ ਤੋਂ ਵੀ ਨਾਰਥ ਹੈ ਯੂਰਪ। ਠੀਕ ਹੈ, ਇੱਧਰ ਹੈ ਰੈੱਡ ਸੀ ਜੋ ਇਹਨੂੰ ਮਿਡਲ ਈਸਟ ਤੋਂ ਸੈਪਰੇਟ ਕਰ ਰਿਹਾ ਹੈ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਹੈ। ਮੈਪ ਬੇਸਡ ਕੁਐਸਚਨ ਹੀ ਆਉਣਗੇ IR ਤੇ ਤੁਹਾਨੂੰ ਜਦ ਪ੍ਰੀਲਿਮਸ 'ਚ ਆਉਣੇ ਹੈ, ਤਾਂ ਇਹ ਮੈਪ ਬਹੁਤ ਇੰਪੋਰਟੈਂਟ ਹੈ, ਇਸੇ ਲਈ ਮੈਂ ਡਿਸਕਸ ਕਰ ਰਹੀ ਹਾਂ। ਹੁਣ ਥੋੜਾ ਡੀਟੇਲ 'ਚ ਦੇਖ ਲੈਂਦੇ ਹਾਂ ਕੁਝ ਇੰਪੋਰਟੈਂਟ ਫੈਕਟਰਸ। ਟ੍ਰੋਪਿਕ ਆਫ ਕੈਂਸਰ ਇਸ 'ਚੋਂ ਪਾਸ ਕਰਦੀ ਹੈ। ਰਾਈਟ, ਰੈੱਡ ਸੀ ਵਾਟਰ ਬॉडी ਲੋਕੇਟਡ ਹੈ। ਰਾਈਟ, ਕਾਇਰੋ ਇਹਦੀ ਕੈਪੀਟਲ ਹੈ।
ਰਾਈਟ। ਸਵਿਸ ਕੈਨਾਲ, ਆਹ ਜਿਹੜੀ ਵਾਟਰ ਬੋਡੀ ਹੈ ਜੋ ਮੈਡੀਟੇਰੀਅਨ ਸੀ ਤੇ ਰੈੱਡ ਸੀ ਨੂੰ ਕਨੈਕਟ ਕਰਦੀ ਹੈ, ਸਵਿਸ ਕੈਨਾਲ, ਇਹ ਬਹੁਤ ਇੰਪੋਰਟੈਂਟ ਵਾਟਰ ਬੋਡੀ ਹੈ। ਇਹ ਇਜਿਪਟ ਵਿੱਚੋਂ ਹੀ ਪਾਸ ਕਰਦੀ ਹੈ। ਠੀਕ ਹੈ। ਇੰਟਰਨੈਸ਼ਨਲ ਤੁਹਾਡਾ ਸਾਰਾ ਆਇਲ, ਜਿੰਨਾ ਵੀ ਆਇਲ ਜਾਂ ਟਰੇਡ ਇੱਥੋਂ ਹੀ ਪਾਸ ਕਰਦਾ ਹੈ, ਯੂਰਪ ਟੂ ਏਸ਼ੀਆ, ਏਸ਼ੀਆ ਟੂ ਯੂਰਪ। ਠੀਕ ਹੈ ਜੀ। ਉਸ ਤੋਂ ਬਾਅਦ ਇੰਪੋਰਟੈਂਟ ਸਿਨਾਈ ਪੈਨਿਨਸੂਲਾ, ਇਹ ਵੀ ਇਜਿਪਟ ਦਾ ਹੀ ਪਾਰਟ ਹੈ। ਠੀਕ ਹੈ। ਇੱਥੇ ਇੱਕ ਵਾਰ ਫਿਰ ਦਿਖਾਉਂਦੀ ਹਾਂ ਮੈਂ ਤੁਹਾਨੂੰ, ਕਿਆ ਹੈ ਸਿਨਾਈ, ਇਹ ਵਾਲਾ ਪੋਰਸ਼ਨ ਸਿਨਾਈ ਪੈਨਿਨਸੂਲਾ ਹੈ। ਇਹ ਇਜਿਪਟ ਤੇ ਇਜ਼ਰਾਈਲ ਵਿੱਚ ਕਾਫੀ ਲੜਾਈ ਦਾ ਮੁੱਦਾ ਰਿਹਾ ਹੈ। ਤੁਸੀਂ ਅਗਰ ਇਜ਼ਰਾਈਲ ਐਰਬ ਵਾਰ ਪੜ੍ਹੀ ਹੈ 1967 ਦੀ, ਤਾਂ ਉਹ ਬੇਸਿਕਲੀ ਇਜ਼ਰਾਈਲ ਤੇ ਇਜਿਪਟ ਵਿੱਚ ਹੋਈ ਸੀ ਤੇ ਉਸ ਵਿੱਚ ਇਜ਼ਰਾਈਲ ਨੇ ਆਹ ਸਾਰਾ ਪੋਰਸ਼ਨ ਆਕਿਊਪਾਈ ਕਰ ਲਿਆ ਸੀ। ਲੇਟਰ 1982 ਵਿੱਚ ਪੀਸ ਟਾਕਸ ਦੇ ਅੰਡਰ ਉਹ ਰਿਲੀਜ਼ ਕਰਤਾ ਗਿਆ ਸੀ, ਇਜਿਪਟ ਕੋਲ ਵਾਪਸ ਆ ਗਿਆ ਸੀ। ਤਾਂ ਕਰੰਟਲੀ ਇਹ ਸਿਨਾਈ ਪੈਨਿਨਸੂਲਾ ਇਜਿਪਟ ਦਾ ਪਾਰਟ ਹੈ। ठीक है। प्रीलिम्स च क्वेश्चन आ सकता है, इसलिए ये इंपॉर्टेंट इन्फो याद रखनी है। राइट। तो नैक्सट इंपॉर्टेंट लेख नासेर है। इत्थे नासेर देखो काफ़ी इंपॉर्टेंट लीडर सी इजिप्ट दे, इन्हां ने ही आ स्विज कैनाल जिहड़ी लिंकिंग ग्राउंड है यूरोप ते एशिया दा, इहनूं नैशनलाइज करन दा फैसला कर दिता सी 1960s ਦੇ ਵਿੱਚ। ਤਾਂ ਹੀ ਕਰਕੇ ਬ੍ਰਿਟੇਨ US ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਸਭ ਕੁਝ ਆਪਾਂ ਨੂੰ ਇਜਿਪਟ, ਉਹਨਾਂ ਦਾ ਸਾਰਾ ਟ੍ਰੇਡ ਇਜਿਪਟ ਕੰਟਰੋਲ ਕਰੂਗਾ। ਇਸੇ ਲਈ ਉਹਨਾਂ ਨੇ ਇਜ਼ਰਾਈਲ ਨਾਲ ਮਿਲ ਕੇ ਇਜਿਪਟ ਤੇ ਵਾਰ ਡਿਕਲੇਅਰ ਕਰ ਦਿੱਤੀ ਸੀ। ਇਜ਼ਰਾਈਲ ਇਜਿਪਟ ਜਾਂ ਅਰਬ ਵਾਰ ਹੋਈ ਸੀ 1967 ਵਿੱਚ। ਰਾਈਟ। ਇਹ ਇੰਪੋਰਟੈਂਟ ਹੈ। ਆਸਵਾਨ ਡੈਮ ਅਗੇਨ ਇਜਿਪਟ ਵਿੱਚ ਲੋਕੇਟਡ ਹੈ, ਨਾਸੇਰ ਨੇ ਹੀ ਉਸ ਟਾਈਮ ਤੇ ਬਣਾਇਆ ਸੀ। ਰਾਈਟ। ਨਾਈਲ ਰਿਵਰ ਅਫਰੀਕਾ ਦੀ ਬਹੁਤ ਇੰਪੋਰਟੈਂਟ ਰਿਵਰ, ਇਹ ਇਜਿਪਟ ਚੋਂ ਵੀ ਪਾਸ ਕਰਦੀ ਹੈ। ਰਾਈਟ। ਗਲਫ ਆਫ ਅਕਾ ਵੈਰੀ ਇੰਪੋਰਟੈਂਟ, ਅਗੇਨ ਇਹ ਤੇ ਵੀ ਕੁਐਸਚਨ ਆ ਸਕਦਾ ਹੈ। ਦੇਖੋ ਸਿਨਾਈ ਪੈਨਿਨਸੂਲਾ ਤੇ ਅਰੇਬੀਅਨ ਪੈਨਿਨਸੂਲਾ ਨੂੰ ਸਪਲਿਟ ਕਰਦਾ ਹੈ ਗਲਫ ਆਫ ਅਕਾ। ਇਹ ਸਾਰੀ ਵਾਟਰ ਬੋਡੀਜ਼ ਯਾਦ ਰੱਖਣੀ ਹੈ। ਹੋਰ ਵੀ ਵਾਟਰ ਬੋਡੀਜ਼ ਜਾਂ ਇੰਪੋਰਟੈਂਟ ਏਰੀਆਜ਼ ਇਸ ਅਰਾਊਂਡ ਹੋ ਸਕਦੇ ਨੇ, ਸਾਰੇ ਤੁਸੀਂ ਡਿਟੇਲ ਨਾਲ ਮੈਪ 'ਚ ਦੇਖ ਕੇ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਰਾਈਟ। ਇਹ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਹੈ ਅੱਜ ਦੀ। ਆਈ ਹੋਪ ਇਟ ਹੈਲਪਸ ਯੂ। Please try to make the notes and learn it, and please like and subscribe my channel. Thank you so much for watching.